ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸੈਟੀਸਫਾਈਡ ਹੋ? ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਖਾਸ ਕਰਕੇ ਆ ਜਿਹੜੀ ਕਿਸਾਨੀ ਮੁੱਦੇ ਨਾਲ ਹੋਈ ਆ, ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਰੋਲ ਪਲੇ ਕੀਤਾ ਹੈਗਾ। ਤਾਂ ਹੀ ਮੈਂ ਤਾਂ ਇਹ ਕਹਿਣ ਡਿਆ ਵੀ ਮੋਦੀ ਜੀ ਕਿਤੇ 5 ਮਿੰਟ ਸਿੰਘੂ ਬਾਰਡਰ ਤੇ ਆ ਕੇ ਇੰਨੀ ਗੱਲ ਕਹਿ ਦੇਣ ਵੀ ਯਾਰ ਮੈਂ ਕਨਫਰੰਟੇਸ਼ਨ ਨਹੀਂ ਚਾਹੁੰਦਾ, ਮੈਂ ਤਾਂ ਤੁਹਾਡੀ ਭਲਾਈ ਲਈ ਬਣਾਏ ਸੀਗੇ, ਲੇਕਿਨ ਜੇ ਤੁਹਾਨੂੰ ਲੱਗਦਾ ਵੀ ਇਹ ਸਾਡੀ ਭਲਾਈ ਲਈ ਨਹੀਂ ਹੈਗੇ ਤਾਂ ਮੈਂ ਰਿਪੀਲ ਕਰਦਾ। 4 ਸਾਲ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਦੀ ਤਾਂ ਬਾਅਦ ਚ ਪੁੱਛਾਂਗਾ, ਪਹਿਲਾਂ ਮੈਂ ਪ੍ਰਗਟ ਸਿੰਘ ਦੀ ਕਾਰਗੁਜ਼ਾਰੀ ਜਾਣਨਾ ਚਾਹਾਂਗਾ। ਕਿਸ ਤਰ੍ਹਾਂ ਦਾ ਕਾਰਜ ਕਰ ਰਿਹਾ, ਕੀ ਰਿਪੋਰਟ ਕਾਰਡ ਲੈ ਕੇ ਲੋਕਾਂ ਸਾਹਮਣੇ ਪੇਸ਼ ਹੋਵੋਗੇ 2022 ਦੇ ਲਈ? ਸਾਲ ਦੀ ਕਾਰਗੁਜ਼ਾਰੀ ਦੇ ਵਿੱਚ 11 ਪਿੰਡਾਂ ਦਾ ਸੀਵਰੇਜ ਹੈ, ਗੰਦੇ ਨਾਲੇ ਦਾ 70 ਕਰੋੜ ਦਾ ਸੀਵਰੇਜ ਹੈ, 11 ਪਿੰਡ ਸ਼ਹਿਰ ਚ ਆਏ ਹੈ, ਪੈਰੀਫੇਰੀ ਰੋਡ ਆਲਮੋਸਟ ਫਾਈਨਲ ਸਟੇਜਸ ਤੇ ਹੈ, ਰਿੰਗ ਰੋਡ ਇਸ ਏਰੀਏ ਦੇ ਵਿੱਚੋਂ ਦੀ ਨਿਕਲ ਰਹੀ ਹੈਗੀ ਹੈ। ਸ਼ਹਿਰ ਦੇ ਵਿੱਚ ਹਾਂ ਸਫਾਈ ਸਫੂਈ ਦੀ ਪ੍ਰੋਬਲਮ ਹੈਗੀ ਆ, ਜਿਹੜੀ ਕਾਰਪੋਰੇਸ਼ਨ ਨਾਲ 2-3-4 ਚੀਜ਼ਾਂ ਰਿਲੇਟਡ ਹੈਗੀਆਂ, ਬਟ ਉਹਦੇ ਵਿੱਚ ਜਿੰਨਾ ਕੁ ਮੈਂ ਰੋਲ ਪਲੇ ਕਰ ਸਕਦਾ ਉਹ ਕਰ ਰਿਹਾ। ਜੇਕਰ ਆਪਾਂ 2022 ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਪ੍ਰਸ਼ਨ ਉੱਠਣੇ ਸ਼ੁਰੂ ਹੋ ਚੁੱਕੇ ਹੈ ਕਿ ਜੇਕਰ ਪ੍ਰਗਟ ਸਿੰਘ ਸਿੱਧੂ ਜਾਂ ਬੈਂਸ ਭਰਾ ਜਾਂ ਫਿਰ ਹੋਰ ਜਿਹੜੇ 1-2 ਧੜੇ ਨੇ ਜੇਕਰ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾ ਸਕਦੇ। ਲੱਗਦਾ ਕੋਈ ਇਦਾਂ ਦਾ ਪਲਾਨ ਤੁਹਾਡਾ? ਪੋਲੀਟਿਕਸ ਦੇ ਵਿੱਚ ਓਪੋਜੀਸ਼ਨ ਦਾ ਵੀ ਉਨਾ ਹੀ ਰੋਲ ਹੁੰਦਾ ਜਿੰਨਾ ਸਰਕਾਰ ਦਾ। ਜਿਹੜਾ ਬੰਦਾ ਵੀ ਜਿੱਥੇ ਵੀ ਹੈਗਾ, ਮੈਨੂੰ ਐਂ ਲੱਗਦਾ ਕਿ ਉਹ ਆਪਣਾ ਰੋਲ ਪਲੇ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨਦੀਪ ਸਿੰਘ ਚੰਡ। ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਜਾਰੀ ਹੈ। 11ਵੇਂ ਗੇੜ ਦੀ ਮੀਟਿੰਗ ਵੀ ਲਗਾਤਾਰ ਬੇਸਿੱਟਾ ਰਹੀ ਹੈ। ਇੱਕ ਪਾਸੇ ਤਾਂ ਕੇਂਦਰ ਦੇ ਮੰਤਰੀ ਅੜੇ ਹੋਏ ਨੇ, ਪ੍ਰਸਤਾਵ ਤੇ ਪ੍ਰਸਤਾਵ ਰੱਖ ਰਹੇ ਨੇ, ਪਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਵੀ ਸਟੈਂਡ ਆਪਣਾ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਕਾਨੂੰਨ ਰੱਦ ਕਰਵਾ ਕੇ ਹੀ ਜਾਣਗੇ, ਪਰ ਜਿਹੜੇ ਪ੍ਰਸਤਾਵ ਰੱਖੇ ਜਾਣਗੇ ਉੱਤੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਜਾਵੇਗਾ, ਜਿਸ ਕਰਕੇ ਜਿਹੜਾ ਮਸਲਾ ਹੈ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ। ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀ ਸਿਆਸਤ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੀ ਸਰਗਰਮ ਹੈ। ਇੱਕ ਦੂਜੇ ਦੇ ਉੱਤੇ ਜਿਹੜੇ ਵਿਰੋਧੀ ਨੇ ਕਾਂਗਰਸ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ, ਕਾਂਗਰਸ ਵਾਲੇ ਅਕਾਲੀਆਂ ਤੇ ਅਕਾਲੀਆਂ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧੇ ਹੋਏ ਦਿਖਾਈ ਦੇ ਰਹੇ ਨੇ। ਇਹਨਾਂ ਤਮਾਮ ਸਵਾਲਾਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕਾਂਗਰਸ ਦੇ ਵਿਧਾਇਕ ਨੇ, ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਜੀ ਮੌਜੂਦ ਨੇ। ਪ੍ਰਗਟ ਸਿੰਘ ਜੀ, ਨਿੱਘਾ ਸਵਾਗਤ ਹੈ। ਥੈਂਕ ਯੂ ਅਮਨ ਜੀ, ਥੈਂਕ ਯੂ। ਪ੍ਰਗਟ ਸਿੰਘ ਜੀ, ਜਦੋਂ 3 ਖੇਤੀ ਕਾਨੂੰਨਾਂ ਦੀ ਗੱਲ ਕਰਦੇ ਆ ਤਾਂ ਮੈਨੂੰ ਯਾਦ ਹੈ ਉਹ ਦ੍ਰਿਸ਼ ਜਦੋਂ ਆਸਟ੍ਰੇਲੀਆ ਦੇ ਵਿੱਚ ਪਰਥ ਦੇ ਵਿੱਚ ਪ੍ਰਗਟ ਸਿੰਘ ਜੀ ਦੌੜਦੇ ਸੀਗੇ, ਪੂਰੀ ਟੀਮ ਦੇ ਪਾਸੇ ਕਰਕੇ ਤਾਂ ਗੋਲ ਦਾਗ ਦਿੰਦੇ ਸੀਗੇ। 3 ਖੇਤੀ ਕਾਨੂੰਨਾਂ ਦੇ ਵਿੱਚ ਉਹ ਸਪੀਡ ਨਜ਼ਰ ਨਹੀਂ ਆਈ, ਕਾਰਨ ਕੀ ਰਿਹਾ ਇਹਦਾ? ਨਹੀਂ, ਸਪੀਡ ਤਾਂ ਦੇਖੋ ਮੇਰੇ ਹਲਕੇ ਦੀ ਰਿਪਰੈਜ਼ੈਂਟੇਸ਼ਨ ਪੂਰੀ ਹੈਗੀ ਆ ਜੀ, ਔਰ ਜਿਹੜੀਆਂ ਦੁਆਬੇ ਦੀਆਂ ਜਥੇਬੰਦੀਆਂ ਜਿੰਨੇ ਵੀ ਸਾਡੇ ਇਸ ਕਹਿ ਲਓ ਕਿ ਮੂਵਮੈਂਟ ਨਾਲ ਜੁੜੇ ਹੋਏ ਲੋਕ ਹੈ, ਉਹਨਾਂ ਨੂੰ ਮੇਰੀ 200%, ਕਿਉਂਕਿ ਜਿੱਦਣ ਇਹ ਸ਼ੁਰੂ ਹੋਇਆ ਸੀ ਉਦਣ ਵੀ ਮੈਂ PAP ਚੌਂਕ ਦੇ ਵਿੱਚ ਮੈਂ ਆਪ ਹੀ ਜਾ ਕੇ ਸ਼ੁਰੂ ਕਰਾਇਆ ਸੀ। ਜਿੱਦਣ ਫਗਵਾੜੇ ਸੀਗਾ ਉਦਣ ਅਸੀਂ ਸਾਰੇ ਫਗਵਾੜੇ ਜਾ ਕੇ ਗਏ ਸੀਗੇ, ਔਰ ਜਿੰਨੇ ਵੀ ਮੇਰੇ 61 ਪਿੰਡ ਹੈਗੇ ਆ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਦੇਖੀ ਜਾਵੇ ਤਾਂ ਮੇਰਾ ਖਿਆਲ ਹੈ ਸਾਰੇ ਇਲਾਕਿਆਂ ਨਾਲੋਂ ਵੱਧ ਹੋਊਗੀ। ਕਿਉਂਕਿ ਦੂਸਰੀ ਗੱਲ ਰਹੀ ਕਿ ਮੈਂ ਬਹੁਤੇ ਲੋਕਾਂ ਵਾਂਗ ਬਹੁਤ ਲਸ਼ੂ ਨਹੀਂ ਕਰਦਾ ਫਿਰਦਾ ਵੀ ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਆਹ ਕਰਤਾ। ਬਹੁਤ ਕਿਉਂਕਿ ਸੰਭਲ ਕੇ ਗੱਲ ਕਰਨ ਵਾਲੀ ਹੈਗੀ ਆ, ਕਿਉਂਕਿ ਸਾਡੀਆਂ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਉਹ ਬੜੀ ਮਿਹਨਤ ਨਾਲ ਲੱਗੀਆਂ ਹੋਈਆਂ ਆ ਵੀ ਮੂਵਮੈਂਟ ਕਿਤੇ ਬਦਨਾਮ ਨਾ ਹੋ ਜਾਵੇ, ਕਿਤੇ ਕੋਈ ਇਹਦੇ 'ਚ ਇਹੋ ਜਿਹੀ ਗੱਲ ਨਾ ਹੋ ਜਾਵੇ, ਕਿਤੇ ਵੱਧ ਘੱਟ ਗੱਲ ਨਾ ਹੋ ਜਾਵੇ, ਤਾਂ ਕਿ ਇਹ ਸ਼ਾਂਤਮਈ ਤਰੀਕੇ ਨਾਲ ਜੋ ਸਾਡਾ ਪ੍ਰੋਟੈਸਟ ਬਣਦਾ ਹੈਗਾ ਉਹ ਅਸੀਂ ਕਰੀਏ। ਸੋ ਮੇਰਾ ਖਿਆਲ ਹੈ ਵੀ ਇਹਨੂੰ ਇਸ ਐਂਗਲ ਨਾਲ ਚਲਾਉਣਾ ਇਹ ਕਿਸਾਨ ਜਥੇਬੰਦੀਆਂ ਦੇ ਹਿੱਸੇ ਆਇਆ ਹੈਗਾ, ਔਰ ਬਹੁਤ ਇਹਨਾਂ ਨੇ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ ਹੈਗਾ। ਕਿਤੇ ਨਾ ਕਿਤੇ ਪ੍ਰਗਟ ਸਿੰਘ ਜੀ, ਜਦੋਂ ਆਪਾਂ ਸਿਆਸੀ ਇਹਨਾਂ ਗਲਿਆਰਿਆਂ ਦੇ ਵਿੱਚ ਇਹ ਵੀ ਸਰਗਰਮੀ ਤੇਜ਼ ਹੈ ਕਿ ਲੋਕ ਇਸ ਵੇਲੇ ਆਪ ਮੁਹਾਰੇ ਹੋ ਗਏ। ਕਾਰਨ ਇਹਦੇ ਇਹ ਵੀ ਰਹੇ ਨੇ ਕਿ ਕਿਤੇ ਨਾ ਕਿਤੇ ਸਿਆਸੀ ਜਿਹੜੇ ਲੋਕ ਨੇ ਉਹਨਾਂ ਤੋਂ ਵਿਸ਼ਵਾਸ ਉੱਠ ਗਿਆ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਲੋਕ ਆਪ ਮੁਹਾਰੇ ਹੋ ਕੇ ਅੱਗੇ ਵੱਧ ਗਏ। ਮੰਨਦੇ ਇਸ ਚੀਜ਼ ਨੂੰ? ਨਹੀਂ, ਡੈਫੀਨੇਟਲੀ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ, ਲੋਕਾਂ ਦਾ ਵਿਸ਼ਵਾਸ ਜਿਹੜਾ ਪੋਲੀਟੀਕਲ ਬੰਦਿਆਂ ਤੇ ਨਹੀਂ ਰਿਹਾ, ਉਹ ਨਾ ਰਹਿਣ ਕਰਕੇ ਹੀ ਇਹ ਵੈਕਿਊਮ ਬਣਿਆ, ਨਾ ਰਹਿਣ ਕਰਕੇ ਹੀ ਲੋਕੀ ਆਪ ਜਿਹੜੇ ਅੱਗੇ ਚਲੇ ਗਏ। ਸੋ ਇਸ ਕਰਕੇ ਕਿਸੇ ਵੀ ਮੂਵਮੈਂਟ ਦੇ ਵਿੱਚੋਂ ਇੱਕ ਇਮੋਸ਼ਨਲ ਮੂਵਮੈਂਟ ਹੁੰਦੀ ਆ, ਇੱਕ ਚੰਗੀ ਸਿਆਣੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ।
ਤੇ ਜਦੋਂ ਇਦਾਂ ਦੀਆਂ ਐਜੀਟੇਸ਼ਨਸ ਹੁੰਦੀਆਂ ਉਹਦੇ ਵਿੱਚੋਂ ਕੋਈ ਸਿਆਣੇ ਲੀਡਰ ਉੱਭਰ ਕੇ ਸਾਹਮਣੇ ਆਉਂਦੇ ਤਾਂ ਆਉਣੇ ਚਾਹੀਦੇ ਆ, ਕਿਉਂ ਨਹੀਂ ਆਉਣੇ ਚਾਹੀਦੇ? ਕਿਉਂਕਿ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ ਦੀਆਂ, ਚਾਹੇ ਉਹ ਅਕਾਲੀ ਦਲ ਹੈਗੀ ਆ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਆਪ ਹੈਗੀ ਆ, ਤੇ ਸਾਨੂੰ ਉਹਨਾਂ ਚੀਜ਼ਾਂ ਤੋਂ ਸਿੱਖਣ ਦੀ ਵੀ ਜ਼ਰੂਰਤ ਹੈਗੀ ਆ ਵੀ ਭਾਈ ਅਸੀਂ ਇਹਨੂੰ ਕਿੱਧਰ ਨੂੰ ਲੈ ਕੇ ਜਾਣਾ ਹੈਗਾ। ਕਿਉਂਕਿ ਜਿਹੜਾ ਪੰਜਾਬ ਔਰ ਪੰਜਾਬੀਅਤ ਹੈ ਨਾ, ਉਹ ਬਹੁਤ ਜ਼ਿਆਦਾ ਵੇਟ ਨਹੀਂ ਕਰਦੀ, ਉਹ ਆਪਣੇ ਹੱਥ ਵੀ ਕਮਾਂਡ ਲੈ ਲੈਂਦੀ ਆ, ਔਰ ਜਿਹੜੀ ਅੱਜ ਹੋਈ ਆ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਮਾੜੀ ਗੱਲ ਹੈਗੀ ਆ ਜੀ। ਔਰ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸੈਟੀਸਫਾਈਡ ਹੋ ਜਿੱਦਾਂ ਪ੍ਰਸਤਾਵ ਰੱਖਿਆ ਜਾਂਦਾ ਹੈ? ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਖਾਸ ਕਰਕੇ ਆ ਜਿਹੜੀ ਕਿਸਾਨੀ ਮੁੱਦੇ ਨਾਲ ਹੈਗੀ ਆ, ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਰੋਲ ਪਲੇ ਕੀਤਾ ਹੈਗਾ। ਜੋ ਜਿੱਥੇ ਸਾਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਕੀਤਾ ਹੈਗਾ। ਲੇਕਿਨ ਹਾਂ, ਜਿਹੜਾ ਅਦਰਵਾਈਜ਼ ਜਦੋਂ ਦੇਖਦੇ ਆ ਤਾਂ ਹਾਂ ਵੀ ਵੈਕਿਊਮ ਤਾਂ ਹੈਗਾ, ਵੈਕਿਊਮ ਬਣਿਆ ਵੀ ਆ, ਤੇ ਉਸ ਵੈਕਿਊਮ ਦਾ ਹੀ ਨਤੀਜਾ ਹੈਗਾ। ਪਰ ਵਿਰੋਧੀ ਤਾਂ ਵੱਡੇ ਸਵਾਲ ਹਜੇ ਵੀ ਚੁੱਕਦੇ ਨੇ ਵੀ ਸਿਰਫ ਸਿਆਸੀ ਜੁਗਲਬਾਜ਼ੀ ਸੀਗੀ, ਇਹਦੇ ਵਿੱਚ ਕੁਝ ਨਿਕਲਣਾ ਸੀਗਾ ਜਿਹਦਾ ਕਰਕੇ ਪ੍ਰਸਤਾਵ ਰੱਖੇ ਗਏ। ਹਾਲਾਂਕਿ ਇਹ ਵੀ ਸੱਚਾਈ ਤਾਂ ਹੈਗੀ ਹੈ ਨਾ, ਜੇਕਰ ਕੇਂਦਰ ਸਰਕਾਰ ਪ੍ਰਸਤਾਵ ਲੈ ਕੇ ਆਉਂਦੀ ਹੈ ਤਾਂ ਪੰਜਾਬ ਸਰਕਾਰ ਦਾ ਉਹਨੂੰ ਰੱਦ ਨਹੀਂ ਸੀ ਕਰ ਸਕਦੀ। ਇਹ ਵੀ ਤਾਂ ਸੱਚਾਈ ਤਾਂ ਸੀਗੀ ਨਾ। ਦੇਖੋ, ਬਹੁਤ ਚੀਜ਼ਾਂ ਅਮਨ ਜੀ ਟੈਕਨੀਕਲ ਹੁੰਦੀਆਂ, ਬਹੁਤ ਚੀਜ਼ਾਂ ਕਾਨੂੰਨ ਦੇ ਦਾਇਰੇ 'ਚ ਹੁੰਦੀਆਂ, ਜਿਹੜੀਆਂ ਕਿ ਕਈ ਵਾਰੀ ਲੀਡਰ ਜਿਹੜੇ ਆ ਬੋਲਦੇ ਬਹੁਤ ਆ, ਅੱਛਾ, ਲੇਕਿਨ ਆਪ ਹੀ ਉਹਨਾਂ ਬੋਲਾਂ 'ਚ ਕਈ ਵਾਰੀ ਫਸੇ ਹੁੰਦੇ ਆ। ਮੇਰੀ ਪ੍ਰੋਬਲਮ ਇੱਕ ਇਹ ਵੀ ਆ ਵੀ ਮੈਂ ਇਹਨਾਂ ਚੀਜ਼ਾਂ ਸਾਰੀਆਂ ਨੂੰ ਸਮਝਦਾ ਆ, ਇਸ ਕਰਕੇ ਘੱਟ ਬੋਲਦਾ ਹੈਗਾ। ਕਿਉਂਕਿ ਕੰਮ ਕਰਨ ਦੀ ਜ਼ਰੂਰਤ ਹੈ, ਉਹਦੇ ਪਿੱਛੇ ਪਹਿਰਾ ਦੇਣ ਦੀ ਜ਼ਰੂਰਤ ਹੈ, ਨਾ ਕਿ ਬਹੁਤ ਝੰਡਾ ਫੜ ਕੇ ਵੀ ਹਾਂ ਵੀ ਮੇਰਾ ਤਾਂ ਸਮਾਨ ਥੰਮਿਆ ਆ। ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਗੱਲ ਤਾਂ ਇਹ ਆ ਵੀ ਸਿਆਣਪ ਨਾਲ ਇਹਦੇ ਵਿੱਚ ਜੋ ਅਸੀਂ ਕੰਟਰੀਬਿਊਟ ਕਰ ਸਕਦੇ ਉਹਨੂੰ ਕਰ ਲਈਏ ਜੀ। ਔਰ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਗਟ ਸਿੰਘ ਜੀ ਸਵਾਲ ਇਸ ਵੇਲੇ ਇਹ ਜਿਹੜੇ ਜਾਗਰੂਕ ਹੋ ਰਹੇ ਨੇ, ਸਵਾਲ ਇਹ ਉਠਾ ਰਹੇ ਨੇ ਕਿ ਜਿਹੜਾ ਲੋਕ ਆਲਰੇਡੀ ਪਾਪੂਲਰ ਆ, ਤੁਸੀਂ ਵੀ ਪਾਪੂਲਰ ਸੀਗੇ, ਤੁਹਾਨੂੰ ਪਿਆਰ ਮਿਲਿਆ ਬਹੁਤ ਸਾਰਾ, ਤੁਹਾਡੀ ਮਿਹਨਤ ਵੀ ਸੀਗੀ, ਲੋਕਾਂ ਨੇ ਤੁਹਾਨੂੰ ਤਲੀ ਦੀ ਚੱਕਰ ਰੱਖਿਆ। ਇੱਦਾਂ ਹੀ ਹੰਸਰਾਜ ਹੰਸ ਨੇ ਲੋਕ ਪੰਜਾਬੀ ਗਾਇਕ ਦਾ ਉਹਨਾਂ ਨੂੰ ਖਿਤਾਬ ਵੀ ਦਿੱਤਾ ਗਿਆ। ਪਰ ਅੱਜ ਕਿਤੇ ਨਾ ਕਿਤੇ ਵੱਡੇ ਸਵਾਲ ਉੱਠ ਰਹੇ ਨੇ। ਲੋੜ ਸੀਗੀ ਕਿ ਇੱਕ ਪਾਸੇ ਤਾਂ ਲੋਕ ਪਿਆਰ ਦੇ ਰਹੇ ਨੇ ਔਰ ਸਿਆਸਤ ਦੇ ਵਿੱਚ ਆਉਣ ਦੀ ਲੋੜ ਸਮਝਦੇ ਹੋ? ਗਲਤੀਆਂ ਸੀਗੀਆਂ ਜਾਂ ਸਿਆਸਤ ਦੇ ਵਿੱਚ ਮੋਹਰੀ ਹੋ ਕੇ ਅੱਗੇ ਰੋਲ ਨਿਭਾਉਣਾ ਚਾਹੀਦਾ ਸੀਗਾ? ਉਹ ਹੰਸਰਾਜ ਦਾ ਤਾਂ ਮੈਨੂੰ ਪਤਾ ਨਹੀਂ ਜੀ, ਠੀਕ ਹੈ ਨਾ। ਮੈਂ ਤਾਂ ਜੋ ਰੋਲ ਪਲੇ ਕਰਨਾ ਚਾਹੀਦਾ ਸੀ ਮੈਂ ਤਾਂ ਰੋਲ ਪਲੇ ਕਰ ਰਿਹਾ ਹੈਗਾ। ਕਿਸੇ ਵੀ ਜਗ੍ਹਾ ਤੇ ਆਉਣਾ ਅਮਨ ਦਾ ਜ਼ਰੂਰੀ ਨਹੀਂ ਹੈ ਕਿ ਉਹ ਪੱਤਰਕਾਰ ਹੀ ਬਣੇ, ਕਿਉਂਕਿ ਕਈ ਵਾਰੀ ਡੈਸਟਨੀ ਹੁੰਦੀ ਹੈ, ਡੈਸਟਨੀ ਤੋਂ ਭੱਜਿਆ ਨਹੀਂ ਜਾ ਸਕਦਾ, ਤੇ ਨਾ ਮੈਂ ਭੱਜਣ ਵਾਲਿਆਂ 'ਚੋਂ। ਗੱਲ ਤਾਂ ਇਹ ਹੈ ਕਿ ਤੁਸੀਂ ਕੀ ਆਪਣਾ ਰੋਲ ਪਲੇ ਕਰ ਸਕਦੇ ਆ ਜਾਂ ਪਲੇ ਕਰ ਰਹੇ ਆ। ਮੈਂ ਤਾਂ ਆਪਣਾ ਰੋਲ ਪਲੇ ਕਰਦਾ, ਕਿਉਂਕਿ ਜਿੰਨੀ ਕੁ ਮੈਨੂੰ ਸਮਝ ਹੈ, ਮੈਂ ਆਪਣੀ ਸਮਝ ਦੇ ਮੁਤਾਬਕ ਜਿੰਨੀ ਕੁ ਗੱਲ ਕਰ ਸਕਦਾ, ਜਿੰਨੀ ਕੁ ਗੱਲ ਸਮਝ ਸਕਦਾ, ਜਿੰਨੀ ਕੁ ਗੱਲ ਕਨਵੇ ਕਰ ਸਕਦਾ ਉਹ ਕਰ ਰਿਹਾ, ਔਰ ਉਹ ਕਰਦੇ ਰਹਿਣਾ। ਜਿੰਨਾ ਚਿਰ ਵੀ ਰਹੂੰਗਾ ਉਹ ਜ਼ਰੂਰ ਕਨਵੇ ਕਰੂੰਗਾ। ਇੱਕ ਮਨ ਦੇ ਵਿੱਚ ਹੁੰਦਾ ਹੈ ਕਿ ਜਦੋਂ ਸਿਆਸਤ ਤੋਂ ਬਾਹਰ ਹੁੰਦਾ ਬੰਦਾ ਸੋਚਦਾ ਜ਼ਰੂਰ ਹੈ, ਜਦੋਂ ਤੁਸੀਂ ਡੈਸਟੀਨੇਸ਼ਨ ਦੀ ਗੱਲ ਕੀਤੀ ਕਿ ਸੋਚਦਾ ਜ਼ਰੂਰ ਹੈ ਕਿ ਮੈਂ ਜੇਕਰ ਸਿਆਸਤ ਆਵਾਂਗਾ ਤਾਂ ਮੈਂ ਇਹ ਬੈਸਟ ਕਰ ਸਕਦਾ। ਜਦੋਂ ਤੁਸੀਂ ਪਹਿਲਾਂ ਸੋਚਿਆ ਸੀਗਾ, ਕੀ ਤੁਸੀਂ ਹੁਣ ਉਹ ਕਰ ਪਾਏ ਹੋ? ਉਹਦੇ 'ਚ ਦੋਸਤ ਹੈ, ਉਹਦੇ 'ਚ ਜਿਹੜੇ ਪੈਰਾਮੀਟਰਸ ਹੁੰਦੇ ਆ ਨਾ, ਉਹ ਇੱਕ ਡਿਫਰੈਂਟ ਪੈਰਾਮੀਟਰਸ ਹੁੰਦੇ ਆ। ਕਈ ਚੀਜ਼ਾਂ ਤੁਸੀਂ ਸੋਚਦੇ ਹੈਗੇ ਆ, ਸਾਰੀਆਂ ਜ਼ਿੰਦਗੀ 'ਚ ਹੁੰਦੀਆਂ ਤਾਂ ਹੈ ਨਹੀਂ ਕਿ ਹੋ ਜਾਂਦੀਆਂ ਸਾਰੀਆਂ, ਉਹ ਨਹੀਂ ਹੁੰਦੀਆਂ। ਇਸ ਕਰਕੇ ਇਹ ਜਿਹੜੇ ਪੈਰਾਮੀਟਰਸ ਹੈਗੇ ਆ, ਇਹਦੇ ਉਸ ਦਾਇਰੇ 'ਚ ਰਹਿ ਕੇ ਹੀ ਤੁਸੀਂ ਜੋ ਕਰ ਸਕਦੇ ਹੋ ਕਰਨਾ ਚਾਹੀਦਾ। ਮੈਂ ਕਦੀ ਆਪ ਮੁਹਾਰਾ ਨਹੀਂ ਹੁੰਦਾ, ਮੈਂ ਕਦੀ ਇਹ ਨਹੀਂ ਸੋਚਦਾ ਵੀ ਮੈਂ ਪਤਾ ਨਹੀਂ ਕੀ ਕਰ ਦੂੰਗਾ। ਇਟ ਇਜ਼ ਅ ਪਬਲਿਕ, ਇਹ ਲੋਕੀ ਹੈਗੇ, ਇੱਕ ਸਿਸਟਮ ਹੈ, ਸਿਸਟਮ ਦੇ ਵਿੱਚ ਤੁਸੀਂ ਆਪਣਾ ਰੋਲ ਪਲੇ ਕਰਨਾ ਹੁੰਦਾ, ਔਰ ਉਸ ਰੋਲ ਦੇ ਵਿੱਚ ਤੁਸੀਂ ਕੀ ਆਪਣਾ ਯੋਗਦਾਨ ਪਾਉਂਦੇ ਆ ਉਹ ਇੰਪੋਰਟੈਂਟ ਹੈਗਾ। ਉਹਦੇ ਵਿੱਚ ਪ੍ਰਗਟ ਸਿੰਘ ਇੰਪੋਰਟੈਂਟ ਨਹੀਂ ਹੈ, ਉਹਦੇ ਵਿੱਚ ਬੇਸਿਕਲੀ ਤੁਹਾਡਾ ਰੋਲ ਕੀ ਆ ਉਹ ਇੰਪੋਰਟੈਂਟ ਹੈ। 4 ਸਾਲ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਦੀ ਤਾਂ ਬਾਅਦ 'ਚ ਪੁੱਛਾਂਗਾ, ਪਹਿਲਾਂ ਮੈਂ ਪ੍ਰਗਟ ਸਿੰਘ ਦੀ ਕਾਰਗੁਜ਼ਾਰੀ ਜਾਣਨਾ ਚਾਹਾਂਗਾ। ਕਿਸ ਤਰ੍ਹਾਂ ਦਾ ਕਾਰਜ ਕਰ ਰਿਹਾ, ਕੀ ਰਿਪੋਰਟ ਕਾਰਡ ਲੈ ਕੇ ਲੋਕਾਂ ਸਾਹਮਣੇ ਪੇਸ਼ ਹੋਵੋਗੇ 2022 ਦੇ ਲਈ? 4 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ 11 ਪਿੰਡਾਂ ਦਾ ਸੀਵਰੇਜ ਆ, ਗੰਦੇ ਨਾਲੇ ਦਾ 70 ਕਰੋੜ ਦਾ ਸੀਵਰੇਜ ਆ, 11 ਪਿੰਡ ਸ਼ਹਿਰ 'ਚ ਆਏ ਆ, ਪੈਰੀਫੇਰੀ ਰੋਡ ਆਲਮੋਸਟ ਫਾਈਨਲ ਸਟੇਜਸ ਤੇ ਆ, ਰਿੰਗ ਰੋਡ ਇਸ ਏਰੀਏ ਦੇ ਵਿੱਚੋਂ ਦੀ ਨਿਕਲ ਰਹੀ ਹੈਗੀ ਆ। ਸ਼ਹਿਰ ਦੇ ਵਿੱਚ ਹਾਂ ਸਫਾਈ ਸਫੂਈ ਦੀ ਪ੍ਰੋਬਲਮ ਹੈਗੀ ਆ, ਜਿਹੜੀ ਕਾਰਪੋਰੇਸ਼ਨ ਨਾਲ 2-3-4 ਚੀਜ਼ਾਂ ਰਿਲੇਟਡ ਹੈਗੀਆਂ, ਬਟ ਉਹਦੇ ਵਿੱਚ ਜਿੰਨਾ ਕੁ ਮੈਂ ਰੋਲ ਪਲੇ ਕਰ ਸਕਦਾ ਉਹ ਕਰ ਰਿਹਾ। ਸੋ ਮੇਰੀ ਤਾਂ ਇਹ ਕਾਰਗੁਜ਼ਾਰੀ ਆ ਵੀ ਤਾਂ ਕਿ ਜਿਹੜੀ ਡਿਵੈਲਪਮੈਂਟ ਹੈਗੀ ਆ ਉਹਨੂੰ ਤਰਜੀਹ ਦਿੱਤੀ ਜਾਵੇ। ਲੋਕਾਂ ਦੀ ਜਿਹੜੀ ਬੇਸਿਕਲੀ ਜਿਹੜੀਆਂ
ਜਿਹੜੀਆਂ ਕੋਈ ਰੋਡਸ ਨਿਕਲਣੀਆਂ ਜਾਂ ਹੋਰ ਚੀਜ਼ਾਂ ਨਿਕਲਣੀਆਂ ਉਹਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਉਹ ਸੌਖੀ ਹੋ ਸਕੇ। ਪ੍ਰਗਟ ਸਿੰਘ ਦੀ ਪ੍ਰਸਿੱਧੀ ਸੀਗੀ ਕਿ ਸਪੋਰਟਸ ਦੇ ਵਿੱਚ ਵੱਡਾ ਕੰਮ ਕਰ ਸਕਦੇ ਸੀਗੇ, ਜੇਕਰ ਹੁਣ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਜਦੋਂ ਇਹ 70 ਸਾਲਾਂ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਦਾ ਕੰਮ ਕਰਨ ਦੇ ਵਿੱਚ ਰਹਿ ਗਏ, ਜਿਹੜੀ ਪ੍ਰਸਿੱਧੀ ਸੀਗੀ ਜਿਹਦੇ ਵਿੱਚ ਮੁਹਾਰਤ ਹਾਸਲ ਸੀਗੇ, ਉਹਦੇ ਵਿੱਚ ਕੁਝ ਬੈਟਰ ਕਰ ਸਕਦੀ ਹੈ ਜਲੰਧਰ ਵਾਸਤੇ, ਕਿਉਂਕਿ ਜਲੰਧਰ ਨੂੰ ਸਪੋਰਟਸ ਦਾ ਹੱਬ ਕਿਹਾ ਜਾਂਦਾ ਹੈ, ਜਿਹੜਾ ਅੱਗੇ ਪਿਛੜਦਾ ਜਾ ਰਿਹਾ, ਉਹਦੇ ਵਿੱਚ ਬਹੁਤ ਵਧੀਆ ਕਰ ਸਕਦੇ ਸੀ। ਮੰਨਦੇ ਇਸ ਚੀਜ਼ ਨੂੰ? ਨਹੀਂ, ਉਹਦੇ 'ਚ ਮੈਂ ਕੀ ਕਰ ਸਕਦਾ? ਨਹੀਂ, ਜੇਕਰ ਸਰਕਾਰ ਚਾਹੁੰਦੀ ਤਾਂ। ਜੇ ਸਰਕਾਰ ਹੁਣ ਚਾਹੁੰਦੀ, ਸਰਕਾਰ ਨਹੀਂ ਚਾਹੁੰਦੀ, ਤੁਸੀਂ ਸਾਡੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛ ਲਿਓ, ਪਿਛਲੀ ਵਾਰੀ ਸੁਖਬੀਰ ਬਾਦਲ ਸੀ ਉਹਨੂੰ ਪੁੱਛ ਲਿਓ ਵੀ ਭਾਈ ਤੁਹਾਡੇ ਕੋਲ ਇੱਕ ਸਪੋਰਟਸਮੈਨ ਸੀਗਾ, ਉਹਦੇ ਕੋਲੋਂ ਕੰਮ ਕਿਉਂ ਨਹੀਂ ਲਿਆ? ਨਹੀਂ ਤਾਂ ਤੁਸੀਂ ਵੀ ਕਿਤੇ ਉੱਥੇ ਜਾ ਕੇ ਵੀ ਕੁਐਸਚਨ ਕਰਿਆ ਕਰੋ ਨਾ। ਤੁਸੀਂ ਮੈਨੂੰ ਕਾਹਨੂੰ ਪੁੱਛਦੇ ਆ? ਮੈਂ ਇਹਦੇ ਬਾਰੇ ਕੀ ਕਹਾਂ ਵੀ ਜੇ ਮੇਰੇ ਕੋਲ ਕੰਮ ਲਿਆ ਹੁੰਦਾ ਤੇ ਮੈਂ ਐਂ ਕਰ ਦੇਣਾ ਸੀਗਾ। ਜੇ ਤਾਂ ਕਿਸੇ ਨੇ ਕੰਮ ਲੈਣ ਦੀ ਤਾਂ ਉਹਨੂੰ ਤਰਜੀਹ ਦਿੱਤੀ ਹੁੰਦੀ, ਫਿਰ ਤਾਂ ਤੁਸੀਂ ਮੈਨੂੰ ਪੁੱਛਦੇ ਵੀ ਭਾਈ ਤੈਨੂੰ ਆ ਜੋ ਡਿਊਟੀ ਮਿਲੀ ਸੀਗੀ ਤੇ ਤੁਸੀਂ ਕੀ ਨਿਭਾਈ ਹੈਗੀ ਆ। ਇਹ ਤੁਹਾਨੂੰ ਕੁਐਸਚਨ ਮੈਨੂੰ ਗਲਤ ਕੀਤਾ ਹੈਗਾ, ਤੁਹਾਨੂੰ ਕੁਐਸਚਨ ਤਾਂ ਕਰਨਾ ਨਹੀਂ, ਮੈਂ ਸਿਰਫ ਤੁਹਾਡੇ ਪੁਆਇੰਟ ਆਫ View ਤੋਂ ਜਾਣਨਾ ਚਾਹੁੰਦਾ। ਮੇਰੇ ਪੁਆਇੰਟ ਆਫ View ਦੀ ਗੱਲ ਨਹੀਂ ਹੈ। ਗੱਲ ਤਾਂ ਇਹ ਹੈ ਕਿ ਮੰਨ ਲਓ ਸਪੋਜ਼ ਮੈਂ ਵੀ ਕਿਸੇ ਬੰਧਨ 'ਚ ਵੱਜਿਆ ਹੋਇਆ ਤੇ ਮੈਨੂੰ ਜੇ ਕੰਮ ਮਿਲੂਗਾ, ਜੇ ਉਹਦੀ ਪਰਫਾਰਮ ਨਾ ਮੈਨੂੰ ਮੰਨ ਲਓ ਕੋਈ ਖੇਡਣ ਹੀ ਨਾ ਦੇਵੇ ਤੇ ਬੰਦੇ ਕਹੀ ਜਾਣ ਵੀ ਯਾਰ ਤੂੰ ਚੱਜ ਨਾਲ ਖੇਡਿਆ ਹੀ ਨਹੀਂ, ਤੇ ਫਿਰ ਤਾਂ ਅਗਲੇ ਬੰਦੇ ਤੇ ਵੀ ਕੁਐਸਚਨ ਆਉਂਦਾ ਵੀ ਯਾਰ ਮੈਨੂੰ ਖੇਡਣ ਤਾਂ ਦਿੱਤਾ ਨਹੀਂ। ਗੱਲ ਤਾਂ ਇੰਨੀ ਆ ਨਾ। ਸੋ ਜੇ ਮੈਨੂੰ ਇਹ ਖੇਡਣ ਦਿੰਦੇ ਤਾਂ ਜੇ ਮੈਂ ਨਾ ਪਰਫਾਰਮ ਕਰਦਾ ਫਿਰ ਤਾਂ ਗੱਲ ਤੁਸੀਂ ਮੈਨੂੰ ਪੱਤਰਕਾਰਾਂ ਨੇ ਫਿਰ ਵੀ ਪੁੱਛਣਾ ਸੀਗਾ, ਫਿਰ ਹੋਰ ਤਰ੍ਹਾਂ ਪੁੱਛ ਲੈਣਾ ਸੀਗਾ, ਕਿਉਂਕਿ ਪੱਤਰਕਾਰਾਂ ਨੇ ਤਾਂ ਕੁਛ ਨਾ ਕੁਝ ਪੁੱਛਣਾ ਹੀ ਹੁੰਦਾ। ਠੀਕ ਹੈ ਨਾ। ਸੋ ਇਸ ਕਰਕੇ ਇਹ ਕੋਈ ਰੌਲਾ ਨਹੀਂ ਹੈਗਾ। ਜੇ ਮੈਨੂੰ ਜੇ ਕੰਮ ਕਰਨ ਨੂੰ ਦਿੰਦੇ, ਮੇਰੀ ਪਰਫਾਰਮੈਂਸ ਨਾ ਹੁੰਦੀ, ਫਿਰ ਤਾਂ ਡੈਫੀਨੇਟਲੀ ਮੈਂ ਉਹਦਾ ਗੁਨਾਹਗਾਰ ਸੀਗਾ, ਜ਼ਿੰਮੇਵਾਰ ਵੀ ਸੀ ਜੀ। ਔਰ ਕਿਉਂਕਿ ਇੱਕ ਪਾਸੇ ਤਾਂ ਅੰਦੋਲਨ ਚੱਲ ਰਿਹਾ, ਅੰਦੋਲਨ ਦੀ ਗੱਲ ਵੀ ਕਰਾਂਗੇ ਨਾਲ, ਜਿਵੇਂ ਹੁਣ 2022 ਦੀ ਦੇਖਣੀ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਵੀ ਹੁਣ ਸਿਆਸਤ ਦੇ ਵਿੱਚ ਹੋ, ਔਰ ਸਿੱਧੂ ਸਾਹਿਬ ਨਾਲ ਕਿਸ ਤਰ੍ਹਾਂ ਦੇਖਦੇ ਹੋ? ਸਿੱਧੂ ਸਾਹਿਬ ਨਾਲ ਕਦੋਂ ਦੀ ਗੱਲਬਾਤ ਹੋਈ ਹੈ? ਔਰ ਲੱਗਦਾ ਹੈ ਕਿ ਜਿਹੜਾ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦੇ ਵਿਚਕਾਰ ਹੁਣ ਸਹਿਮਤੀ ਜਿਹੜੀ ਹੈ ਬਣ ਗਈ ਹੈ ਔਰ 2022 ਦੇ ਲਈ ਇਕੱਠੇ ਹੋ ਕੇ ਇਲੈਕਸ਼ਨ ਲੜਨਗੇ? ਯਾਰ ਦੇਖੋ, ਜਿੱਦਾਂ ਕਦਾ ਤੁਸੀਂ ਸੁਣਦੇ ਆ ਉਦਾਂ ਕਦਾ ਮੈਂ ਸੁਣਦਾ। ਗੱਲਬਾਤ ਹੋਈ ਸਿੱਧੂ ਸਾਹਿਬ ਨਾਲ? ਨਹੀਂ, ਹੁਣ ਕਾਫੀ 2-3 ਮਹੀਨੇ ਹੋ ਗਏ, ਨਹੀਂ ਹੋ ਸਕੀ, ਲੇਕਿਨ ਲੇਟਲੀ ਕੋਈ ਗੱਲਬਾਤ ਨਹੀਂ ਹੋਈ। ਔਰ ਜੋ ਤੁਸੀਂ ਅਸੈਸ ਕਰਦੇ ਆ ਮੈਂ ਵੀ ਉਹੀ ਅਸੈਸ ਕਰਦਾ ਹਾਂ। ਤੇ ਜੇਕਰ ਆਪਾਂ 2022 ਦੀ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਪ੍ਰਸ਼ਨ ਉੱਠਣੇ ਸ਼ੁਰੂ ਹੋ ਚੁੱਕੇ ਹੈ ਕਿ ਜੇਕਰ ਪ੍ਰਗਟ ਸਿੰਘ, ਸਿੱਧੂ ਜਾਂ ਬੈਂਸ ਭਰਾ ਜਾਂ ਫਿਰ ਹੋਰ ਜਿਹੜੇ ਇੱਕ ਦੋ ਧੜੇ ਨੇ, ਜੇਕਰ ਇਕੱਠੇ ਹੋ ਜਾਣ ਤਾਂ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾ ਸਕਦੇ। ਲੱਗਦਾ ਕੋਈ ਇਦਾਂ ਦਾ ਪਲਾਨ ਤੁਹਾਡਾ? ਦੇਖੋ, ਐਂ ਹੁੰਦਾ ਪੋਲੀਟਿਕਸ ਦੇ ਵਿੱਚ ਓਪੋਜੀਸ਼ਨ ਦਾ ਵੀ ਉਨਾ ਹੀ ਰੋਲ ਹੁੰਦਾ ਜਿੰਨਾ ਸਰਕਾਰ ਦਾ ਹੁੰਦਾ। ਜਿਹੜਾ ਬੰਦਾ ਵੀ ਜਿੱਥੇ ਵੀ ਹੈਗਾ, ਮੈਨੂੰ ਐਂ ਲੱਗਦਾ ਕਿ ਉਹ ਆਪਣਾ ਰੋਲ ਪਲੇ ਕਰਨਾ ਚਾਹੀਦਾ। ਇਹ ਪ੍ਰਗਟ ਸਿੰਘ ਮੈਟਰ ਨਹੀਂ ਕਰਦਾ, ਨਵਜੋਤ ਸਿੰਘ ਸਿੱਧੂ ਨਹੀਂ ਮੈਟਰ ਕਰਦਾ। ਜੇਕਰ ਕੋਈ ਪਲੈਨਿੰਗ ਹੁੰਦੀ ਹੈ ਇਹਦੇ ਵਾਸਤੇ ਤੁਸੀਂ ਤਿਆਰ ਹੋ? ਨਹੀਂ, ਦੇਖੋ ਪਲੈਨਿੰਗ ਚੰਗੇ ਬੰਦਿਆਂ ਦਾ ਚਾਹੀਦੀ ਆ। ਹੁਣ ਅੱਜ ਬੇਸਿਕਲੀ ਕਿਸਾਨ ਜਥੇਬੰਦੀਆਂ ਦਿੱਲੀ ਬੈਠੀਆਂ ਹੈਗੀਆਂ, ਇਹਦੇ ਵਿੱਚੋਂ ਵੀ ਚੰਗੇ ਬੰਦੇ ਆਉਣੇ ਚਾਹੀਦੇ। ਕਿਉਂ ਨਹੀਂ ਆਉਣੇ ਚਾਹੀਦੇ? ਜਿਹੜਾ ਚੰਗੀ ਸੋਚ ਰੱਖਦਾ ਹੈਗਾ। ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਵੀ ਫਲਾਨਾ ਹੀ ਬੰਦਾ ਸਿਆਣਾ ਹੈਗਾ। ਜਿਹੜਾ ਵੀ ਸਿਆਣਾ, ਜਿਹੜਾ ਵੀ ਪੰਜਾਬ ਲਈ ਕੰਟਰੀਬਿਊਟ ਕਰ ਸਕਦਾ ਹੋਵੇ ਔਰ ਜਿਸ ਵੀ ਪੋਜੀਸ਼ਨ 'ਚ ਹੋਵੇ ਉਹਨੂੰ ਕਰਨਾ ਚਾਹੀਦਾ ਜੀ। ਔਰ ਅੰਦੋਲਨ ਦੀ ਗੱਲ ਕਰਦੇ ਹਾਂ, ਹਜੇ ਵੀ ਕੇਂਦਰ ਦੇ ਮੰਤਰੀ ਇਹ ਕਹਿ ਰਹੇ ਨੇ ਕਿ ਪ੍ਰਸਤਾਵ ਰੱਖੇ ਜਾ ਰਹੇ ਨੇ ਕਿ 1.5-2 ਸਾਲਾਂ ਦੇ ਲਈ ਠੰਡੇ ਬਸਤੇ ਦੇ ਵਿੱਚ ਪਾ ਦੇਣਾ। ਬਹੁਤ ਲੰਮਾ ਕਰ ਲਿਆ ਐਕਚੁਅਲੀ। ਜਦੋਂ ਵੀ ਇੱਕ ਸਟੈਪ ਅੱਗੇ ਜਾਂਦਾ ਨਾ, ਉਦੋਂ ਤੋਂ ਫਿਰ ਪਿਛਲਾ ਸਟੈਪ ਜਿਹੜਾ ਬਹੁਤ ਪਿੱਛੇ ਰਹਿ ਜਾਂਦਾ, ਕਿਉਂਕਿ ਇੰਨੀ ਲੰਬੀ ਕਰਨੀ ਨਹੀਂ ਸੀ ਚਾਹੀਦੀ, ਇੰਨਾ ਲੰਬਾ ਅੰਦੋਲਨ ਨਹੀਂ ਸੀ ਜਾਣਾ ਚਾਹੀਦਾ। ਇਨੀਸ਼ੀਅਲ ਸਟੇਜ ਤੇ ਬੈਠ ਕੇ ਮੈਨੂੰ ਤਾਂ ਐਂ ਲੱਗਦਾ ਵੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ, ਉਹ ਮੈਨੂੰ ਲੱਗਦਾ ਕਿਸਾਨ ਧਰਨੇ 'ਚ ਜਾ ਕੇ ਇਹ ਗੱਲ ਹੀ ਕਹਿ ਦੇਣ ਵੀ ਮੈਂ ਬਈ ਸਿੱਖਾਂ ਨਾਲ ਕੋਈ ਕਨਫਰੰਟੇਸ਼ਨ ਨਹੀਂ ਚਾਹੁੰਦਾ। ਜੇ ਇਹ ਕਿਸਾਨ ਜਿਹੜੇ ਆ, ਇਹਨਾਂ ਨੂੰ ਨਹੀਂ ਇਹ ਕਾਨੂੰਨ ਚੰਗੇ ਲੱਗਦੇ ਤਾਂ ਮੈਂ ਇਹਨਾਂ ਨੂੰ ਰਿਪੀਲ ਕਰਦਾ। ਇਹ ਕਿੰਨੀ ਕੁ ਗੱਲ ਹੈਗੀ ਆ। ਦੇਖੋ, ਜਿਹੜਾ ਮਾਫ਼ ਕਰਨ ਵਾਲਾ ਵੱਡਾ ਹੁੰਦਾ, ਜਿਹਨੂੰ ਮਾਫ਼ੀ ਦੇਣੀ ਹੁੰਦੀ ਉਹ ਵੱਡਾ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਸਿੱਖਾਂ ਨੇ ਉਦੋਂ ਹੀ ਨਾਅਰੇ ਬੁਲਾ ਦੇਣੇ ਆ, ਉਦੋਂ ਹੀ ਬੋਲੇ ਸੋ ਨਿਹਾਲ ਕਹਿ ਦੇਣਾ। ਸੋ ਇਸ ਕਰਕੇ ਤਾਂ ਸਾਨੂੰ ਵੱਡੇ ਦਿਲ ਕਰਨਾ ਚਾਹੀਦਾ। ਦੇਖੋ, ਸਰਕਾਰਾਂ ਔਰ ਲੋਕ ਇੱਕ ਬਾਪ ਬੇਟੇ ਵਾਲਾ ਰਿਸ਼ਤਾ ਹੁੰਦਾ, ਕਿਉਂਕਿ ਜੇ ਬੇਟੇ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਉਹ ਆਪਣੇ ਮਾਂ-ਬਾਪ ਨੂੰ ਕਹੂਗਾ ਹੀ, ਤੇ ਮਾਂ-ਬਾਪ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਯਾਰ ਇਹ ਗੱਲ ਤਾਂ ਠੀਕ ਹੈਗੀ ਆ। ਇਹ 'ਚ ਕਿੱਡੀ ਕੁ ਵੱਡੀ ਗੱਲ ਆ, ਕਿੱਡੀ ਕੁ ਈਗੋ ਦੀ ਗੱਲ ਆ। ਇੱਦਾਂ ਦੀ ਈਗੋ ਬਣਾਉਣੀ ਨਹੀਂ ਚਾਹੀਦੀ ਸਾਨੂੰ। ਯਾਰ ਆ ਜਾਓ, ਜੇ ਹੋ ਸਕਦਾ ਮੇਰੇ ਮਾਈਂਡ ਨੇ ਕਿਤੇ ਗਲਤੀ ਕੀਤੀ ਹੋਵੇ ਔਰ ਉਹ ਤੁਹਾਡੇ ਵਾਲੇ ਮਾਈਂਡ ਨੇ ਉਹਨੂੰ ਕਲੀਅਰ ਕਰ ਦਿੱਤਾ ਹੋਵੇ। ਜਦੋਂ ਕਲੀਅਰ ਕਰ ਦਿੱਤਾ ਹੋਵੇ ਤਾਂ ਫਿਰ ਕਹੇ ਯਾਰ ਮੇਰੇ ਕੋਲ ਗਲਤੀ ਹੋ ਗਈ, ਛੱਡੀਏ ਆਪਾਂ, ਇਹ ਕਿਹੜੀ ਗੱਲ ਹੈ।
ਮੈਨੂੰ ਤਾਂ ਇਹ ਲੱਗਦਾ ਹੁੰਦਾ, ਮੈਂ ਤਾਂ ਬੀਇੰਗ ਏ ਸਪੋਰਟਸਮੈਨ ਇਸ ਤਰ੍ਹਾਂ ਸੋਚਦਾ ਵੀ ਅਸੀਂ 20 ਗਲਤੀਆਂ ਕਰਦੇ ਹਾਂ ਜਦੋਂ ਹਾਕੀ ਦਾ ਮੈਚ ਜਾਂ ਕੋਈ ਵੀ ਮੈਚ ਖੇਡਦੇ ਹਾਂ, ਤੇ ਅਸੀਂ ਜੇ ਮੰਨੀਏ ਹੀ ਨਾ ਵੀ ਮੇਰੇ ਕੋਲ ਗਲਤੀ ਹੋਈ ਤਾਂ ਫਿਰ ਜ਼ਿੰਦਗੀ 'ਚ ਇੰਪਰੂਵਮੈਂਟ ਹੀ ਨਹੀਂ ਹੁੰਦੀ। ਸੋ ਇਹ ਮਾਈਂਡ ਸੈੱਟ ਲੈ ਕੇ ਸਾਨੂੰ ਗਾਂਹ ਵਧਣਾ ਚਾਹੀਦਾ ਵੀ ਛੱਡੋ ਯਾਰ, ਇੰਨਾ ਚਿਰ ਹੋ ਗਿਆ, ਇੰਨੇ ਸਾਡੇ ਕਿਸਾਨ ਜਿਹੜੇ ਆ ਉਹਨਾਂ ਦੀ ਸ਼ਹਾਦਤ ਹੋ ਗਈ, ਉਹ ਠੰਡ 'ਚ ਵਿਚਾਰੇ ਬਜ਼ੁਰਗ ਬੈਠੇ ਹੈਗੇ ਆ। ਐਟ ਦਾ ਸੇਮ ਟਾਈਮ ਤੁਸੀਂ ਆਣ ਕੇ 5 ਮਿੰਟ ਕਹਿ ਦਿਓ, ਕਿਉਂਕਿ ਇਹ ਤਾਂ ਦੇਖੋ ਜਿਹੜੀ ਪੰਜਾਬੀ ਜਾਂ ਸਿੱਖ ਕਮਿਊਨਿਟੀ ਆ, ਇਹਨਾਂ ਨੂੰ ਤਾਂ ਜਿੰਨਾ ਪਿਆਰ ਨਾਲ ਰੱਖ ਲਓਗੇ ਉਨਾ ਰਹਿ ਲਓਗੇ। ਇਹਨਾਂ ਨੂੰ ਕਹੋ ਯਾਰ ਆ ਜਾ ਮੇਰੇ ਕੋਲ 2 ਪਰੌਠੇ ਆ, ਆਪਾਂ ਅਚਾਰ ਨਾਲ ਭੁੰਜੇ ਬਹਿ ਕੇ ਖਾ ਲੈਣਗੇ। ਜੇ ਇਹਨਾਂ ਨੂੰ ਕਹੋ ਵੀ ਤੈਨੂੰ ਡਾਂਗ ਨਾਲ ਚਿਕਨ ਖਵਾਵਾਂਗੇ, ਇਹ ਨਹੀਂ ਖਾਣਾ, ਚਾਹੇ ਜੋ ਮਰਜ਼ੀ ਹੋਵੇ। ਇਹ ਸਾਡੀ ਸਾਈਕੀ ਨੂੰ ਸਮਝਣ ਦੀ ਜ਼ਰੂਰਤ ਹੈ। ਸਾਡਾ ਇੰਟੈਲੀਜੈਂਸ ਹੀ ਆ ਜਿਹੜਾ ਹੈਗਾ, ਸਾਡੀਆਂ ਜਿਹੜੀਆਂ ਏਜੰਸੀਜ਼ ਹੈਗੀਆਂ, ਉਹਨਾਂ ਨੂੰ ਹਰ ਸੁਸਾਇਟੀ ਦੀ ਇੱਕ ਫਿਤਰਤ ਹੁੰਦੀ ਹੈ। ਉਸ ਫਿਤਰਤ ਨੂੰ ਪਹਿਲਾਂ ਸਮਝਣ ਦੀ ਜ਼ਰੂਰਤ ਹੈ ਵੀ ਇਹਨਾਂ ਦੀ ਫਿਤਰਤ ਕੀ ਆ। ਅਸੀਂ ਬੇਸਿਕਲੀ ਹੁਣ ਕੀ ਮੰਗਦੇ ਆ? ਅੱਛਾ, ਬੰਦੇ ਕਹਿੰਦੇ ਯਾਰ ਸਾਡੇ ਤੇ ਵਿਛਾੜਾ ਪਾਉਣੀ ਆ, ਪਾ ਲਓ, ਰਾਹ ਪੱਟਣੇ ਪੱਟ ਲਓ, ਇੱਧਰ ਦੀ ਲੰਘ ਜਾਗੇ, ਇੱਧਰ ਦੀ ਲੰਘ ਜਾਗੇ, ਫਿਰ ਕੀ ਹੋਇਆ? ਅੱਛਾ, ਉੱਥੇ ਤਾਂ ਇੱਦਾਂ ਆ ਜਿੱਦਾਂ ਮੇਲਾ ਲੱਗਾ ਹੁੰਦਾ। ਲੋਕੀ ਬੇਸਿਕਲੀ ਹਰ ਚੀਜ਼ ਜਿਹੜੀ ਆ ਉਹ ਸੈਡਨੈਸ ਦੇ ਵਿੱਚ ਨਹੀਂ ਆਉਂਦੀ, ਹਰ ਚੀਜ਼ ਜਿਹੜੀ ਆ ਕਿਤੇ ਉਦਾਸੀ ਦੇ ਵਿੱਚ ਨਹੀਂ ਆਉਂਦੀ। ਤੇ ਪੰਜਾਬੀ ਤਾਂ ਜਿੱਥੇ ਵੀ ਜਾਣ ਉੱਥੇ ਮੇਲਾ ਲਾ ਲੈਂਦੇ, ਉੱਥੇ ਰੰਗਤ ਬੰਨ੍ਹ ਲੈਂਦੇ ਆ। ਉਹਨੇ ਬੰਨ੍ਹ ਲਈ, ਜੇ ਬੰਨ੍ਹ ਲਈ ਤਾਂ ਹੁਣ ਫਿਰ ਕਿੱਥੇ ਜਾਓਗੇ ਤੁਸੀਂ? 26 ਤਰੀਕ ਨੂੰ ਟਰੈਕਟਰ ਮਾਰਚ ਹੋ ਰਿਹਾ ਹੈ। ਇਤਿਹਾਸ ਦੇ ਵਿੱਚ ਪਹਿਲਾ ਬਹੁਤ ਵੱਡਾ ਜਿਹੜਾ ਦਿਨ ਹੋਣ ਵਾਲਾ ਹੈ। 26 ਤਰੀਕ ਦੀ ਟਰੈਕਟਰ ਪਰੇਡ ਦਾ ਕਿਤੇ ਨਾ ਕਿਤੇ ਅਸਰ ਪਏਗਾ ਕੇਂਦਰ ਤੇ? ਨਹੀਂ, ਪ੍ਰੈਸ਼ਰ ਤਾਂ ਹੈਗਾ ਆ। ਦੇਖੋ, ਇਕੱਲਾ ਟਰੈਕਟਰ ਦੀ ਗੱਲ ਨਹੀਂ ਹੈਗੀ, ਗੱਲ ਤਾਂ ਇਹ ਆ ਵੀ ਜਿਹੜਾ ਐਜੀਟੇਸ਼ਨ ਚੱਲਦੀ ਆ, ਜਿਹੜੇ ਉੱਥੇ ਸਾਡੇ ਬਜ਼ੁਰਗ, ਮਾਤਾਵਾਂ, ਭੈਣਾਂ, ਸੋਸ਼ਲ ਮੀਡੀਆ, ਉਹਦਾ ਗੋਦੀ ਮੀਡੀਆ ਸੀ, ਉਹ ਨਹੀਂ ਭਜਾ ਲਿਆ। ਸੋਸ਼ਲ ਮੀਡੀਆ 'ਤੇ ਹੁਣ ਗੱਲ ਹੀ ਬੇਸਿਕਲੀ ਕਿਸਾਨੀ ਦੀ ਹੁੰਦੀ ਹੈ। ਜਿਹੜਾ ਜੈਨੂਅਨ ਮੀਡੀਆ ਉਹ ਕਿਸਾਨੀ ਦੀ ਗੱਲ ਹੀ ਕਰਦਾ। ਸੋ ਉਹ ਜਿਹੜੀ ਵੇਵ ਹੈਗੀ ਆ, ਉਹ ਜਿਹੜੀ ਲੈ ਹੈਗੀ ਆ, ਉਹਨੂੰ ਇਹ ਮੋਰਚਾ ਜਿਹੜਾ ਮੇਨਟੇਨ ਕਰ ਰਿਹਾ ਹੈ। ਗੱਲ ਤਾਂ TRP ਦੀ ਆ ਨਾ, ਤੁਸੀਂ ਵੀ ਤਾਂ ਸਾਰੇ ਬੇਸਿਕਲੀ TRP ਦੀ ਗੱਲ ਤਾਂ ਕਰਦੇ ਹੀ ਆ। ਅੱਛਾ, ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸਾਨ ਜਿਹੜੀ ਜਥੇਬੰਦੀਆਂ ਦੀ TRP ਜਿਹੜੀ ਆ ਅੱਜ ਦੀ ਤਰੀਕ ਦੇ ਵਿੱਚ ਟੌਪ 'ਤੇ ਆ, ਉਹਨਾਂ ਨੇ ਉਹਨੂੰ ਹੈਂਡਲ ਕਰ ਲਿਆ। ਜਿਹੜੇ ਗੋਦੀ ਮੀਡੀਆ ਵਾਲੇ ਉਲਟੇ ਸਿੱਧੇ ਕੁਐਸਚਨ ਕਰਦੇ ਸੀ, ਉਹਨਾਂ ਨੇ ਭਜਾ ਲਿਆ। ਗੱਲ ਤਾਂ ਇੰਨੀ ਹੈ ਨਾ ਜੀ। ਸੋ ਇਸ ਕਰਕੇ ਇਹ ਗੱਲ ਠੀਕ ਪਾਸੇ ਹੈਗੀ ਆ, ਔਰ ਪ੍ਰੈਸ਼ਰ ਹੋਣਾ ਵੀ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ। ਔਰ ਉਸ ਪ੍ਰੈਸ਼ਰ ਨੂੰ ਸਾਨੂੰ ਨੈਗੇਟਿਵਲੀ ਐਕਸੈਪਟ ਨਹੀਂ ਕਰਨਾ ਚਾਹੀਦਾ, ਸਾਨੂੰ ਪੋਜ਼ਿਟਿਵਲੀ ਐਕਸੈਪਟ ਕਰਨਾ ਚਾਹੀਦਾ। ਮੈਨੂੰ ਲੱਗਦਾ ਇਹ એનર્ਜੀ ਨੈਗੇਟਿਵਲੀ ਨਹੀਂ ਯੂਜ਼ ਹੋਣੀ ਚਾਹੀਦੀ, ਪੋਜ਼ਿਟਿਵਲੀ ਯੂਜ਼ ਹੋਣੀ ਚਾਹੀਦੀ ਹੈ। ਕਿਉਂਕਿ ਜੇ ਇਹ એનર્ਜੀ ਪੋਜ਼ਿਟਿਵਲੀ ਯੂਜ਼ ਹੋ ਜਾਂਦੀ ਨਾ, ਤਾਂ ਮੈਨੂੰ ਲੱਗਦਾ ਸਾਡੇ ਦੇਸ਼ ਦਾ ਬਹੁਤ ਵੱਡਾ ਜਿਹੜਾ ਇੱਕ ਨੁਕਸਾਨਿਆ ਹੋਇਆ ਹਿੱਸਾ ਹੈਗਾ, ਉਹ ਪੈਦਾ ਨਹੀਂ ਸੀ। ਕਮੀਆਂ ਗੱਲ ਜੇਕਰ 3 ਖੇਤੀ ਕਾਨੂੰਨਾਂ ਦੀ ਆਪਾਂ ਕਰ ਰਹੇ ਹਾਂ, ਇਸ ਵੇਲੇ ਅੰਦੋਲਨ ਜ਼ਰੂਰ ਹੈ, ਪਹਿਲਾਂ ਵੀ ਅੰਦੋਲਨ ਚੱਲਦੇ ਰਹੇ, ਪਹਿਲਾਂ ਵੱਖ-ਵੱਖ ਸੀਗੇ, ਹੁਣ ਇਕੱਠੇ ਹੋ ਗਏ, ਪਰ ਕਿਤੇ ਨਾ ਕਿਤੇ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਵੀ ਨਾ ਕਾਮਯਾਬ ਰਹੀਆਂ ਨਾ ਕਿਸਾਨੀ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ। ਆਪਾਂ ਹਰੀ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ, ਆਪਾਂ ਸ਼ੁਰੂ 'ਚ ਹੀ ਗੱਲ ਕਰ ਲਈ, ਉਹ ਤਾਂ ਆਪਾਂ ਸ਼ੁਰੂ 'ਚ ਹੀ ਗੱਲ ਕਰ ਲਈ। ਕਿਉਂਕਿ ਜੇ ਚਾਹੇ ਉਹ ਅਕਾਲੀ ਦਲ ਹੈ, ਵੈਕਿਊਮ ਕਿਉਂ ਕ੍ਰੀਏਟ ਹੋਇਆ? ਕਿਉਂਕਿ ਉਹ ਇਸ਼ੂਜ਼ ਨੂੰ ਅਸੀਂ ਐਡਰੈਸ ਨਹੀਂ ਕਰ ਸਕੇ। ਵੈਕਿਊਮ ਕਦੋਂ ਕ੍ਰੀਏਟ ਹੁੰਦਾ? ਜਦੋਂ ਕਿਸੇ ਇਸ਼ੂ ਅਧੂਰਾ ਰਹਿ ਜਾਵੇ, ਉਹਨੂੰ ਐਡਰੈਸ ਨਾ ਕੀਤਾ ਜਾਵੇ, ਤਾਂ ਉਹ ਹੌਲੀ ਵੈਕਿਊਮ ਬਣ ਜਾਂਦਾ। ਜਦੋਂ ਵੈਕਿਊਮ ਪ੍ਰੈਸ਼ਰ ਹੀ ਹੈ ਨਾ, ਵੈਕਿਊਮ ਬਣ ਜਾਂਦਾ। ਜਦੋਂ ਵੈਕਿਊਮ ਬਣਦਾ ਤਾਂ ਫਿਰ ਉਹ ਹੌਲੀ ਲੋਕ ਪੰਜਾਬੀ ਤਾਂ ਜਿਹੜੇ ਆ ਉਹ ਹੌਸਲਾ ਰੱਖਦੇ ਆ, ਜਿਗਰਾ ਰੱਖਦੇ ਆ, ਉਹ ਫਿਰ ਹੌਲੀ ਆਪ ਤੁਰ ਪੈਂਦੇ। ਉਹ ਕਹਿੰਦੇ ਯਾਰ ਇਹਨੇ ਨਹੀਂ ਹੁਣ ਕਰਨਾ। ਆਪਾਂ ਕਈ ਵਾਰੀ ਪਿੰਡ 'ਚ ਨਹੀਂ ਗੱਲਾਂ ਕਰਦੇ ਹੁੰਦੇ ਵੀ ਯਾਰ ਪਿੰਡ ਵਾਲਾ ਕਹਿੰਦਾ ਯਾਰ ਪਿੰਡ ਸਰਪੰਚ ਕੋ ਜਾਂਦੇ ਆ, ਸਰਪੰਚ ਸਾਹਿਬ ਸਾਡੀ ਆਹ ਪ੍ਰੋਬਲਮ ਆ, ਦੂਜੇ ਕੋ ਜਾਂਦੇ, ਨੰਬਰਦਾਰ ਕੋ ਜਾਂਦੇ, ਫਿਰ ਪਿੰਡ ਵਾਲੇ ਨਾ ਇਕੱਠੇ ਹੋ ਕੇ ਕਹਿੰਦੇ ਯਾਰ ਇਹਨਾਂ ਨੇ ਨਹੀਂ ਕਰਨਾ, ਨਾ ਸਰਪੰਚ ਦੇ ਵੱਸਦਾਰ ਹੋ ਗਿਆ, ਨਾ ਇਹ ਨੰਬਰਦਾਰ ਦੇ ਵੱਸਦਾਰ ਹੋ ਗਿਆ, ਹੁਣ ਅਸੀਂ ਆਪ ਹੀ ਕਰਦੇ। ਇਹ ਉਹ ਗੱਲ ਹੋਈ। ਪੰਜਾਬ ਭਾਜਪਾ ਦੇ ਜਿਹੜੇ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਰਜੀਤ ਗਰੇਵਾਲ ਦੇ ਬਿਆਨ ਹੁੰਦੇ ਨੇ, ਸੁਰਜੀਤ ਕੁਮਾਰ ਜੈਣੀ, ਹਾਲਾਂਕਿ ਖੇਤੀ ਦੇ ਨਾਲ ਸੰਬੰਧ ਰੱਖਦੇ ਨੇ। ਨਹੀਂ, ਸੰਬੰਧ ਰੱਖਣਾ ਇੱਕ ਗੱਲ ਆ, ਪਰ ਇਹ ਮੈਚਿਓਰ ਨਹੀਂ ਹੈ। ਦੇਖੋ, ਗੱਲ ਤਾਂ ਕਨਵੇ ਲੀਡਰਸ਼ਿਪ ਨੂੰ ਇਹ ਕਰਨੀ ਚਾਹੀਦੀ ਸੀ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਫਿਤਰਤ ਨੂੰ ਸਮਝੋ, ਪੰਜਾਬ ਦੇ ਲੋਕਾਂ ਦੀ ਪਲਸ ਨੂੰ ਸਮਝੋ ਵੀ ਪਲਸ ਕੀ ਹੈਗੀ ਆ। ਵੈਕਿਊਮ ਬਣ ਗਿਆ, ਵੈਕਿਊਮ ਦੇ ਵਿੱਚੋਂ ਦੇਖੋ ਇਹ ਕਿਸੇ ਹੋਰ ਸਮੇਂ 'ਤੇ ਆਏ ਇਹ ਬਿੱਲ, ਜੇ ਇਹਦੀ ਜਗ੍ਹਾ ਕੋਈ ਹੋਰ ਇਸ਼ੂ ਖੜਾ ਹੋਇਆ ਹੁੰਦਾ ਹੁਣ ਤੱਕ ਉਹ ਵੀ ਉਹੀ ਹੋਣਾ ਸੀਗਾ। ਉਹਦਾ ਕਾਰਨ ਇਹ ਆ ਕਿ ਵੈਕਿਊਮ ਜਦੋਂ ਬਣਦਾ ਨਾ, ਜਦੋਂ ਉਹਦਾ ਪ੍ਰੈਸ਼ਰ ਬਿਲਡਅਪ ਹੁੰਦਾ, ਤੇ ਫਿਰ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਇੱਦਾਂ ਦੀ ਨਿਕਲਦੀ ਆ। ਉਹਦੇ ਵਿੱਚੋਂ ਇਹ ਐਜੀਟੇਸ਼ਨ ਨਿਕਲੀ। ਇਸ ਐਜੀਟੇਸ਼ਨ ਨੂੰ ਅਸੈਸ ਕਰਨ ਦੀ ਜ਼ਰੂਰਤ ਹੈਗੀ ਆ। ਅਸੀਂ ਕਈ ਵਾਰੀ ਉਹ ਹੀ ਵਾਹਿਯਾਤ ਗੱਲਾਂ ਕਰਦੇ ਰਹਿੰਦੇ ਹਾਂ, ਅਸੀਂ ਬਿਆਨ ਦਿੰਦੇ ਰਹਿੰਦੇ ਹਾਂ। ਕਈ ਲੀਡਰਾਂ ਨੂੰ ਇਹ ਖੁਸ਼ੀ ਆ ਵੀ ਮੈਂ ਬਿਆਨ ਦੇ ਰਿਹਾ। ਐਕਚੁਅਲੀ ਦੇਖੋ,
ਜਿਹੜਾ ਲੀਡਰ ਹੁੰਦਾ ਨਾ ਉਹਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਕਈਆਂ ਨੂੰ ਇਹੀ ਖੁਸ਼ੀ ਹੁੰਦੀ ਆ ਵੀ ਮੰਨ ਲਓ ਤੇਰੇ ਵਰਗੇ ਯੰਗ ਮੁੰਡੇ ਆ, ਇੰਟਰਸਟ ਹੈਗਾ, ਅੱਛਾ 2-3 ਮਾਈਕ ਲੈ ਕੇ ਚਲੇ ਗਏ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਲੈ ਵੀ ਮੈਂ ਬਿਆਨ ਦੇ ਰਿਹਾ। ਯਾਰ ਬਿਆਨ ਜਿਹੜਾ ਦਿਓ ਚੰਗਾ ਤਾਂ ਦਿਓ, ਸਿਆਣਾ ਤਾਂ ਦਿਓ, ਸੋਚ ਸਮਝ ਕੇ ਤਾਂ ਦਿਓ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਤੁਸੀਂ ਖੇਤੀ ਕਰਦੇ ਆ ਤੇ ਤੁਸੀਂ ਖੇਤੀ ਦੀ ਸਮਝ ਵੀ ਰੱਖਦੇ। ਜਿਹੜੇ ਸਬਜੈਕਟ ਦਾ ਤੁਹਾਨੂੰ ਨਹੀਂ ਪਤਾ ਉਸ ਸਬਜੈਕਟ 'ਤੇ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਦੇ ਵਿੱਚ ਵੀ ਬੇਸਿਕਲੀ ਗੱਲ ਤਾਂ ਇੰਨੀ ਸੀਗੀ, ਇਹਨਾਂ ਲੀਡਰਾਂ ਨੂੰ ਵੈਸੇ ਤਾਂ ਇਹ ਚਾਹੀਦਾ ਸੀਗਾ ਵੀ ਉੱਥੇ ਜਾਂਦੇ ਉਹਨਾਂ ਦੀ ਗੱਲ ਵੀ ਸਮਝ ਲੈਂਦੇ ਵੀ ਤੁਸੀਂ ਕਿਹੜੀ ਗੱਲ। ਦੇਖੋ ਇਹਦੇ ਵਿੱਚ ਬੇਸਿਕ ਗੱਲ ਇਹ ਆ ਕਿ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ, ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ, ਅਸੀਂ ਵੀ ਡਿਵਰਸੀਫਿਕੇਸ਼ਨ ਵੱਲ ਗੱਲ ਕੁਛ ਨਹੀਂ ਕੀਤੀ। ਅਸੀਂ ਵੀ ਦੇਖੋ ਪਾਣੀ ਤਾਂ ਸਾਨੂੰ ਆਉਣ ਵਾਲੇ ਸਮੇਂ 'ਚ ਬਚਾਉਣਾ ਹੀ ਪੈਣਾ ਨਾ। ਜਿਹੜਾ ਝੋਨਾ ਆ ਇੱਕ ਕਿਲੋ ਝੋਨਾ 3100 ਲੀਟਰ ਪਾਣੀ ਮੰਗਦਾ। ਸਾਨੂੰ ਆਉਣ ਵਾਲੇ ਸਮੇਂ 'ਚ ਸਾਡੇ 142 ਜਿਹੜੇ ਬਲਾਕ ਹੈਗੇ ਉਹਦੇ 'ਚੋਂ 137 ਬਲਾਕ ਜਿਹੜੇ ਡਾਰਕ ਜ਼ੋਨ ਦੇ ਵਿੱਚ ਹੈਗੇ ਆ। ਸਾਨੂੰ ਕਿਸਾਨ ਨੂੰ ਅਲਟਰਨੇਟ ਦੇਣਾ ਪੈਣਾ, ਕਿਸਾਨ ਨੂੰ ਅਲਟਰਨੇਟ ਮੰਡੀ ਦੇਣੀ ਪੈਣੀ ਆ, ਮਾਰਕੀਟ ਦੇਣੀ ਪੈਣੀ। ਹੁਣ ਮੰਨ ਲਓ ਮੈਂ ਖੇਤੀ ਕਰਦਾ, ਜੇ ਮੈਨੂੰ ਇੱਕ ਕੰਮ 'ਚੋਂ 100 ਰੁਪਈਆ ਬਚਦਾ, ਕੋਈ ਮੈਨੂੰ ਇੱਦਾਂ ਦਾ ਚੀਜ਼ ਮਿਲ ਜਾਵੇ ਜਿਹਦੇ 'ਚੋਂ 150 ਰੁਪਈਆ ਬਚਣ ਲੱਗ ਪਏ, ਮੈਂ ਉਹ ਕੰਮ ਕਰ ਲੂੰਗਾ। ਇਹ ਤਾਂ ਬੇਸਿਕਲੀ ਟੈਕਨੋਲੋਜੀ ਨੂੰ, ਸਿਆਣਪ ਨੂੰ, ਲੌਂਗ ਟਰਮ ਨੂੰ, ਕਿਉਂਕਿ ਦੇਖੋ ਇਜ਼ਰਾਈਲ ਨੇ ਟੈਕਨੋਲੋਜੀ ਕੱਢੀ ਹੈਗੀ ਆ, ਅੱਛਾ ਫਿਰ ਐਰੋਪੋਨਿਕਸ ਇੱਕ ਟੈਕਨੋਲੋਜੀ ਹੈਗੀ ਆ, ਵਰਟੀਕਲ ਟੈਕਨੋਲੋਜੀ ਹੈਗੀ ਆ, ਜਿੱਥੇ ਅਸੀਂ ਇੱਕ ਖੇਤ 'ਚੋਂ ਵੱਧ ਪੈਦਾਵਾਰ ਕਮਾ ਸਕਦੇ ਹਾਂ। ਫਿਰ ਉਹਦੇ ਤੋਂ ਗਾਂਹ ਉਹਦੀ ਮਾਰਕੀਟਿੰਗ ਆ। ਕਦੀ ਗੁਜਰਾਤ ਦਾ ਤੇ ਕਰਾਚੀ ਦਾ ਬਾਜ਼ਾਰ ਬੰਦ ਨਹੀਂ ਹੋਇਆ, ਆਪਸ ਵਿੱਚ ਬਿਜ਼ਨਸ ਬੰਦ ਨਹੀਂ ਹੋਇਆ। ਸਾਡਾ ਆ ਜਿਹੜਾ ਰੂਟ ਆ ਲਾਹੌਰ ਵਾਲਾ, ਇਹ ਹਮੇਸ਼ਾ ਬੰਦ ਰਿਹਾ। ਇਹ ਕਹਿ ਕੇ ਬੰਦ ਕਰ ਦਿੱਤਾ ਜਾਂਦਾ ਵੀ ਇੱਥੋਂ ਦੀ ਟੈਰੋਰਿਜ਼ਮ ਆਉਂਦਾ। ਇਹ ਕਦੀ ਮੀਡੀਆ ਨੇ ਵੀ ਇਹ ਪ੍ਰੈਸ਼ਰ ਪਾਇਆ? ਮੈਂ ਤੁਹਾਨੂੰ ਵੀ ਕੁਐਸਚਨ ਕਰਦਾ ਵੀ ਤੁਸੀਂ ਵੀ ਕਦੀ ਇਸ ਟੌਪਿਕ ਤੇ ਗੱਲ ਕੀਤੀ ਵੀ ਆ ਜਿਹੜਾ ਸਿਲਕ ਰੂਟ ਆ ਇਹ ਜਿਹੜਾ ਪੰਜਾਬ ਨੂੰ ਸੂਟ ਕਰਦਾ ਹੈ? ਜੀ ਬਿਲਕੁਲ ਕੀਤੀ ਜੀ, ਬਿਲਕੁਲ ਠੀਕ ਹੈ ਨਾ। ਅੱਛਾ ਉਹਦਾ ਕੀ ਹੁੰਦਾ ਕਿ ਤੁਸੀਂ ਲੋਕੀ, ਤੁਹਾਡੀ ਗੱਲ ਬਹੁਤ ਲੋਕਾਂ ਨੇ ਸੁਣਨੀ ਹੈ, ਸਾਡੀ ਗੱਲ ਥੋੜ੍ਹੇ ਬੰਦਿਆਂ ਨੇ ਸੁਣਨੀ ਹੈ। ਜਦੋਂ ਤੁਸੀਂ ਲੋਕੀ ਇਹ ਪ੍ਰੈਸ਼ਰ ਬਿਲਡਅਪ ਕਰੋਗੇ ਵੀ ਯਾਰ ਆਹ ਕਦੀ ਹੋਇਆ ਨਹੀਂ ਤੇ ਉਹ ਕਦੀ ਬੰਦ ਨਹੀਂ ਹੋਇਆ, ਤੇ ਫਿਰ ਇਹਦਾ ਕੀ ਰੀਜ਼ਨ ਆ? ਇਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪ੍ਰੈਸ਼ਰ ਬਿਲਡਅਪ ਕਰਨਾ ਚਾਹੀਦਾ ਵੀ ਯਾਰ ਆ ਸਾਡਾ ਰੂਟ ਖੋਲ੍ਹੋ ਤਾਂ ਕਿ ਪੰਜਾਬ ਦਾ ਤਾਂ ਬੇਸਿਕਲੀ ਇਹ ਲਾਈਫ ਲਾਈਨ ਬਣ ਸਕਦੀ ਆ। ਸੋ ਇਸ ਕਰਕੇ ਹੁਣ ਜਿਹੜਾ ਟਮਾਟਰ ਵਾਇਆ ਉਧਰ ਦੀ ਆਉਂਦਾ ਤੇ ਜੇ ਇੱਥੋਂ ਸਿੱਧਾ ਚਲੇ ਜਾਵੇ, ਨਾ ਸਾਨੂੰ ਫਰੇਟ ਪਵੇ, ਨਾ ਸਾਨੂੰ ਕੁਛ ਪਵੇ, ਯੂਰਪ ਤੱਕ ਜਾ ਸਕੇ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੀ ਸਾਰਿਆਂ ਦੀ ਕਲੈਕਟਿਵ ਡਿਊਟੀ ਹੈਗੀ ਆ ਵੀ ਆਪਾਂ ਇਹਨੂੰ ਕਰੀਏ ਤਾਂ ਕਿ ਡੈਮੋਕ੍ਰੇਸੀ ਜਿਹੜੇ ਚਾਰੇ ਥਾਮੇ ਉਹ ਬੈਲੈਂਸ ਕਰਕੇ ਤੁਰੇ ਜਾਣ। ਬੈਲੈਂਸ ਨਾਲ ਹੀ ਗਾਂਹ ਅਸੀਂ ਵੱਧ ਸਕਦੇ ਹਾਂ। ਪ੍ਰਗਟ ਸਿੰਘ ਜੀ, ਜਦੋਂ ਟੀਮ ਦੀ ਗੱਲ, ਤੁਸੀਂ ਤਾਂ ਖਿਡਾਰੀ ਰਹੇ ਹੋ, ਜਦੋਂ ਟੀਮ ਦੇ ਵਿੱਚ ਸਲਾਹ ਮਸ਼ਵਰਾ ਹੁੰਦਾ ਕਿ ਆਪਾਂ ਇਸ ਤਰ੍ਹਾਂ ਗੋਲ ਕਰ ਦਈਏ ਤਾਂ ਉਹਦੇ ਵਿੱਚ ਹਾਂ ਜੀ ਇਦਾਂ ਗੋਲ ਹੋ ਸਕਦਾ ਹੈ। ਜਦੋਂ ਸਿਆਸੀ ਇੱਕ ਟੀਮ ਦੇ ਵਿੱਚ ਕੋਈ ਸਲਾਹ ਦਿੰਦਾ ਤਾਂ ਉਹਨੂੰ ਬਾਗੀ ਕਿਹਾ ਜਾਂਦਾ, ਕਾਰਨ? ਯਾਰ ਇਹ ਤਾਂ ਸੋਚ ਦੀ ਗੱਲ ਆ। ਹੁਣ ਮੈਨੂੰ ਹਮੇਸ਼ਾ ਬਾਗੀ ਕਹਿੰਦੇ ਆ, ਮੈਨੂੰ ਲੋਕੀ ਰਬੈਲ ਕਹਿੰਦੇ ਆ ਵੀ ਰਬੈਲ ਆ। ਰਬੈਲ ਮੈਂ ਕਿਉਂ ਆ? ਮੈਂ ਗੱਲ ਕਹਿਣ ਦੀ ਜੁਰਤ ਰੱਖਦਾ, ਚਾਹੀਦਾ ਵੀ ਤਾਂ ਇਦਾਂ ਹੀ ਆ। ਇਦੋਂ ਗੱਲ ਵੱਧ ਹੈ ਨਹੀਂ ਜੀ। ਲੇਕਿਨ ਮੈਂ ਜਿਹੜੀ ਟੀਮ 'ਚ ਖੇਡਦਾ, ਮੰਨ ਲਓ ਮੈਂ ਕਾਂਗਰਸ ਦੀ ਟੀਮ 'ਚ, ਮੈਂ ਕਾਂਗਰਸ ਦਾ ਪਲੇਅਰ ਆ। ਮੈਂ ਹੁਣ ਜਿਹੜੀ ਗੱਲ ਕਹਿੰਦਾ ਉਹਨੂੰ ਸੁਣ ਲਓ, ਜਿਸ ਉਹਦੇ ਵਿੱਚੋਂ ਠੀਕ ਗੱਲ ਕਹਿ ਰਿਹਾ ਤੇ ਉਹਦੇ ਤੇ ਪਹਿਰਾ ਦੇ ਲਓ। ਮੈਂ ਜ਼ਰੂਰੀ ਤਾਂ ਨਹੀਂ ਹੈ ਵੀ ਮੈਂ ਹੀ ਸਿਆਣੀ ਗੱਲ ਕਰਦਾ, ਮੈਂ ਇਹ ਕਲੇਮ ਵੀ ਨਹੀਂ ਕਰਦਾ। ਮੈਂ ਤਾਂ ਕਹਿੰਦਾ ਵੀ ਯਾਰ ਮੇਰੇ ਵਾਲੀ ਗੱਲ ਸੁਣ ਲਓ, ਜੇ ਇਹ ਚੰਗੀ ਲੱਗਦੀ ਹੈ, ਜੇ ਇਹ ਠੀਕ ਰਿਜ਼ਲਟ ਦੇ ਸਕਦੀ ਹੈ ਤੇ ਸੁਣ ਲਈਏ। ਅੱਛਾ, ਪਰ ਉਹਨੂੰ ਰਬੈਲ ਕਹਿ ਦਿੱਤਾ ਜਾਂਦਾ। ਇਹ ਪਤਾ ਨਹੀਂ ਹੁਣ ਸਾਡੀ ਮਾਨਸਿਕਤਾ ਹੈਗੀ ਆ ਜਾਂ ਪੋਲੀਟੀਕਲ ਸਿਸਟਮ ਦੀ ਮਾਨਸਿਕਤਾ ਹੈਗੀ ਆ। ਮੈਂ ਆਈ ਫੇਲ ਟੂ ਅੰਡਰਸਟੈਂਡ ਸਿਸਟਮ ਸੁਧਰੂਗਾ ਕਿੱਦਾਂ? ਕਿਉਂਕਿ ਇਹ ਪ੍ਰਗਟ ਸਿੰਘ ਦੀ ਜਿਹੜੀ ਜਦੋਂ ਕੁਝ ਚੰਗੇ ਬੰਦੇ, ਜਦੋਂ ਕੁਝ ਲਾਈਕ ਮਾਈਂਡਡ ਬੰਦੇ, ਜਦੋਂ ਕੁਝ ਸਿਆਣੇ ਬੰਦੇ, ਚੰਗੇ ਨਾਲੋਂ ਵੀ ਸਿਆਣੇ ਬੰਦੇ, ਸੋਚ ਸਮਝ ਕੇ ਮੈਚੁਰਿਟੀ ਨਾਲ ਫੈਸਲੇ ਲੈਣ ਵਾਲੇ ਬੰਦੇ ਜਦੋਂ ਕੁਝ ਇਕੱਠੇ ਹੋ ਜਾਣਗੇ ਉਦੋਂ ਇਹ ਹੌਲੀ ਹੌਲੀ ਸੁਧਰ ਜਾਂਦਾ ਜੀ। ਦੇਖੋ ਇੱਕ ਵੋਕਲ ਹੋਣਾ। ਬਹੁਤ ਬੰਦੇ ਸਟੇਟਮੈਂਟਾਂ ਦਿੰਦੇ ਆ, ਕੋਈ ਸਵੇਰ ਤੋਂ ਲੈ ਕੇ ਉਹ ਟਵਿੱਟਰ 'ਤੇ ਬਹਿ ਜਾਂਦੇ ਆ, ਇੱਧਰ ਨੂੰ ਛੱਡ, ਇੱਧਰ ਨੂੰ ਛੱਡ, ਇੱਧਰ ਨੂੰ ਛੱਡ। ਯਾਰ ਉਹਦੇ ਨਾਲ ਕਿਸੇ ਦੀ ਰੋਜ਼ੀ ਰੋਟੀ ਥੋੜ੍ਹੀ ਇੰਪਰੂਵ ਹੁੰਦੀ ਹੈ। ਉਹਦੇ ਨਾਲ ਤਾਂ ਕਿਸੇ ਦੀ TRP ਇੰਪਰੂਵ ਹੋ ਸਕਦੀ ਆ, ਕਿਸੇ ਦੀ ਰੋਜ਼ੀ ਰੋਟੀ ਥੋੜ੍ਹੀ ਇੰਪਰੂਵ ਹੋ ਸਕਦੀ। ਰੋਜ਼ੀ ਰੋਟੀ ਤਾਂ ਹੋ ਸਕਦੀ ਹੈ ਜੇ ਤੁਸੀਂ 12, 14, 16 ਘੰਟੇ ਕੰਮ ਕਰੋਗੇ ਔਰ ਉਹ ਇਹੋ ਜਿਹਾ ਕੰਮ ਕਰੋਗੇ ਜਿਹੜਾ ਲੋਕਾਂ ਨੂੰ ਉਹਦਾ ਫਾਇਦਾ ਹੋਊਗਾ। ਜਦੋਂ ਫਾਇਦਾ ਹੋਊਗਾ, ਹੁਣ ਸਰਦਾਰ ਮਨਮੋਹਨ ਸਿੰਘ ਤੇ ਮੋਦੀ ਜੀ 'ਚ ਕੀ ਫਰਕ ਆ? ਸਰਦਾਰ ਮਨਮੋਹਨ ਸਿੰਘ 18-20 ਘੰਟੇ ਫਾਈਲਾਂ ਕੱਢਦੇ ਸੀਗੇ ਤੇ ਕੰਮ ਕਰਦੇ ਸੀ। ਉਦੋਂ ਸਾਡੀ
GDP ਜਿਹੜੀ ਗਰੋਥ ਰੇਟ ਹੈਗੀ ਆ ਉਹ 8% ਤੋਂ 7% ਉਹ ਟੁੱਟੀ ਨਹੀਂ, ਹੁਣ -24 ਤੇ ਚਲੇ ਗਈ। ਹੁਣ ਇਹ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਇਹ ਜ਼ਿਆਦੀਆਂ ਗੱਲਾਂ ਹੀ ਕਰਦੇ ਆ, ਇਦੋਂ ਵੱਧ ਤਾਂ ਕੁਝ ਕਰਦੇ ਨਹੀਂ ਹੈ। ਜਾਂ ਫਿਰ ਤਿਆਰੀ ਤੁਰੀ ਕਰਦੇ ਆ ਬਹੁਤ ਵੀ ਮੈਚਿੰਗ ਕਿਹੜੀ ਹੋਣੀ ਚਾਹੀਦੀ ਆ, ਦਾੜੀ ਕਿੱਦਾਂ ਦੀ ਹੋਣੀ ਚਾਹੀਦੀ, ਇਹ ਚੀਜ਼ਾਂ ਦਾ ਤਾਂ ਕੋਈ ਮਾਇਨਾ ਨਹੀਂ। ਪ੍ਰਗਟ ਸਿੰਘ ਨੂੰ ਸੈਟੀਸਫੈਕਸ਼ਨ ਹੈ ਕਿ ਉਹਨੇ ਆਪਣੇ ਹਲਕੇ ਦੇ ਵਿੱਚ ਇੰਨੇ ਕੰਮ ਕਰ ਦਿੱਤੇ ਕਿ 2022 ਦੇ ਵਿੱਚ ਦੁਬਾਰਾ ਚੋਣ ਲੜਨ ਦੇ ਲਈ ਮੈਦਾਨ 'ਚ ਉਤਰਨਗੇ ਤੇ ਕਾਂਗਰਸ ਪਾਰਟੀ ਵੱਲੋਂ ਜਾਂ ਕਿਸੇ ਵੀ ਪਾਰਟੀ ਵੱਲੋਂ ਹੋ ਰਾ ਸਕਦੇ ਆ। ਪ੍ਰਗਟ ਸਿੰਘ ਨੂੰ ਬੇਸਿਕ ਸੈਟੀਸਫੈਕਸ਼ਨ ਹੈਗੀ ਆ, ਕਿਉਂਕਿ ਲੋਕਾਂ ਨਾਲ ਮੇਰਾ ਜਿਹੜਾ ਸਹਿਚਾਰਿਆ, ਜਿਹਨੂੰ ਮੈਂ ਦੇਖੋ ਮੈਂ ਤਾਂ ਇਹ ਸੱਚ ਕਹਿ ਦਿੰਦਾ ਹੁੰਦਾ, ਕਿਸੇ ਨੂੰ ਥੋੜ੍ਹਾ ਜਿਹਾ ਤਕਲੀਫ ਵੀ ਹੋ ਜਾਂਦੀ ਆ, ਪਰ ਉਹ ਘਰ ਜਾ ਕੇ ਜ਼ਰੂਰ ਸੋਚਦਾ ਵੀ ਗੱਲ ਤਾਂ ਠੀਕ ਹੈਗੀ ਆ। ਇਹ ਸੈਟੀਸਫੈਕਸ਼ਨ ਹੈਗੀ ਆ, ਔਰ ਜਿੰਨਾ ਚਿਰ ਵੀ ਰਹਿਣਾ ਇਸੇ ਤਰ੍ਹਾਂ ਹੀ ਰਹਿਣਾ, ਤੇ ਨਹੀਂ ਤਾਂ ਥੈਂਕ ਯੂ ਵੈਰੀ ਮੱਚ ਕਹਿ ਦੇਣਾ, ਉਹਦੇ 'ਚ ਕੀ ਪ੍ਰੋਬਲਮ। ਇਹ ਕੋਈ ਪ੍ਰਗਟ ਸਿੰਘ ਦਾ ਪ੍ਰੋਫੈਸ਼ਨ ਨਹੀਂ ਹੈ, ਇਹ ਪੈਸ਼ਨ ਤਾਂ ਜ਼ਰੂਰ ਹੈਗਾ। ਪੈਸ਼ਨ ਇੰਨਾ ਕੀ ਆ ਵੀ ਅਸੀਂ ਡਿਵੈਲਪਮੈਂਟ ਕਰੀਏ ਕਿਸ ਸੈਕਟਰ ਨਾਲ, ਸਿਰਫ ਇੰਨਾ ਕੁ। ਮੰਨ ਲਓ ਗੜਾ ਪਿੰਡ ਆ, ਗੜੇ ਪਿੰਡ ਨੂੰ ਅੱਜ ਤੱਕ ਸਾਡੇ ਕੋਲੋਂ ਸ਼ਮਸ਼ਾਨ ਘਾਟ ਨਹੀਂ ਦੇ ਹੋ ਗਿਆ। ਸੰਗ ਆਉਂਦੀ ਆ ਮੈਨੂੰ ਵੀ, ਜਦੋਂ ਮੈਂ ਉੱਥੇ ਜਾਂਦਾ ਨਾ, ਮੇਰੇ ਕੋਲ ਮੰਗਦੇ ਕੀ ਆ, ਸ਼ਮਸ਼ਾਨ ਘਾਟ ਮੰਗਦੇ ਆ। ਮੈਂ ਪਿੱਛੇ ਜਿਹੇ ਰਾਜਨਾਥ ਜੀ ਨੂੰ ਮਿਲਿਆ ਸੀਗਾ, ਕਿਉਂਕਿ ਉਹ ਡਿਫੈਂਸ ਮਿਨਿਸਟਰ ਆ। ਮੈਂ ਕਿਹਾ ਸਰ ਮੇਰੀ ਬੇਨਤੀ ਇੰਨੀ ਆ ਵੀ ਮੈਂ ਤੁਹਾਡੇ ਕੋਲ ਟਾਈਮ ਲੈ ਕੇ ਆਇਆ, ਟਾਈਮ ਐਸ ਕਰਕੇ ਲੈ ਕੇ ਆਇਆ ਵੀ ਜਦੋਂ ਮੈਂ ਉੱਥੇ ਲੋਕਾਂ ਕੋਲ ਜਾਂਦਾ ਤੇ ਲੋਕੀ ਮੇਰੇ ਕੋਲ ਸ਼ਮਸ਼ਾਨ ਘਾਟ ਲਈ ਜਗ੍ਹਾ ਮੰਗਦੇ ਆ। ਜੇ 17 ਸਾਲਾਂ 'ਚ ਅਸੀਂ ਉਹ ਨਹੀਂ ਦੇ ਸਕੇ, ਅਸੀਂ ਫਿਰ ਕੀ ਕਰਦੇ ਆ। ਮੈਂ ਕਿਹਾ ਵੀ ਫੌਜ ਕੋਲ ਜਗ੍ਹਾ ਹੈਗੀ ਆ, ਔਰ ਉਹਨਾਂ ਨੇ ਬੇਸਿਕਲੀ ਇਸ ਗੱਲ ਨੂੰ ਸੀਰੀਅਸ ਵੀ ਲਿਆ ਵੀ ਗੱਲ ਤਾਂ ਠੀਕ ਹੈਗੀ ਆ ਵੀ ਯਾਰ 17 ਸਾਲਾਂ 'ਚ ਅਸੀਂ ਸ਼ਮਸ਼ਾਨ ਘਾਟ ਨਹੀਂ ਦੇ ਸਕੇ। ਕਿਉਂਕਿ ਵਿੱਚ ਜੇ ਹੁੰਦਾ ਕੀ ਆ, ਜਦੋਂ ਫੌਜ ਦੇ ਕਈ ਅਫਸਰ ਉੱਦਾਂ ਦੇ ਆ ਜਾਂਦੇ ਆ ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਇੱਥੇ ਸੰਸਕਾਰ ਕਰਨ ਦੇਣਾ, ਉਦੋਂ ਬਹੁਤ ਪ੍ਰੋਬਲਮ ਹੁੰਦੀ ਆ। ਸੋ ਮੈਂ ਤਾਂ ਇਹਨਾਂ ਚੀਜ਼ਾਂ 'ਤੇ ਲੱਗਾ ਰਹਿਣਾ। ਹੁੰਦੀਆਂ ਤੇ ਬਹੁਤ ਦਿਖਣ ਨੂੰ ਕਈ ਵਾਰੀ ਇਹ ਬਹੁਤ ਛੋਟੀਆਂ ਲੱਗਦੀਆਂ, ਪਰ ਜਦੋਂ ਉਸ ਬੰਦੇ ਦੀ ਜਗ੍ਹਾ 'ਤੇ ਬੈਠ ਕੇ ਇਹ ਗੱਲ ਸੋਚਦੇ ਤਾਂ ਫਿਰ ਬਹੁਤ ਵੱਡੀਆਂ ਹੁੰਦੀਆਂ। ਕਿਉਂਕਿ 17 ਸਾਲਾਂ 'ਚ ਕਿਸੇ ਦਾ ਸ਼ਮਸ਼ਾਨ ਘਾਟ ਨਾ ਹੋਣਾ, ਉਹ ਕਹਿੰਦੇ ਯਾਰ ਜਾਣਾ ਤਾਂ ਆਪਾਂ ਸਾਰਿਆਂ ਨੇ ਉੱਥੇ ਆ। ਉਸ ਕੰਮ ਲਈ ਮੈਂ ਤਾਂ ਕੰਮ ਕਰਦਾ, ਉਸ ਕੰਮ ਲਈ ਵੀ ਯਾਰ ਕਿਸੇ ਦਾ ਰਾਹ ਨਾ ਰੁਕ ਜਾਵੇ, ਕਿਸੇ ਨੂੰ ਤਕਲੀਫ ਨਾ ਹੋ ਜਾਵੇ। ਹੁਣ ਇੱਥੇ ਆ ਬੇਸਿਕਲੀ ਅਸੀਂ ਪਾਥ ਬਣਾ ਰਹੇ ਹਾਂ ਜਿਹੜਾ ਅਰਬਨ ਸਟੇਟ ਫੇਸ 1 ਤੇ ਫੇਸ 2 ਨੂੰ ਜੋੜਨ ਵਾਲਾ। ਮੈਂ ਤਾਂ ਇਹ ਕੰਮਾਂ ਦੇ ਪਿੱਛੇ ਲੱਗਾ ਰਹਿਣਾ। ਬਿਊਰੋਕ੍ਰੇਸੀ ਤੋਂ ਕੰਮ ਕਰਾਉਣਾ ਬਹੁਤ ਔਖਾ ਹੈਗਾ, ਸਿਸਟਮ ਬਹੁਤ ਕਮਜ਼ੋਰ ਹੋ ਗਿਆ, ਕਲੈਪਸ ਕਰ ਗਿਆ, ਪਰ ਉਹਦੇ ਬਾਵਜੂਦ ਵੀ ਹੌਲੀ ਹੌਲੀ ਲੱਗੇ ਤਾਂ ਰਹਿਣਾ ਪਊਗਾ। ਔਰ ਉਹ ਤੁਹਾਡੇ ਮਨ ਨੂੰ ਸੈਟਿਸਫੈਕਸ਼ਨ ਹੁੰਦੀ ਆ ਵੀ ਯਾਰ ਤੁਸੀਂ ਕੁਛ ਨਾ ਕੁਛ ਤਾਂ ਕੀਤਾ। ਮੈਂ ਅੱਧਾ ਗਲਾਸ ਭਰਿਆ ਹੋਇਆ ਕਦੀ ਕਦੀ ਦੇਖਦਾ ਹੁੰਦਾ, ਅੱਧਾ ਖਾਲੀ ਨਹੀਂ ਦੇਖਦਾ। ਖਾਲੀ ਨੂੰ ਤਾਂ ਫਿਰ ਜਿੰਨਾ ਕ੍ਰਿਟਿਸਿਜ਼ਮ ਮਰਜ਼ੀ ਕਰ ਲਓ, ਉਹਦਾ ਕੋਈ ਐਂਡ ਨਹੀਂ ਹੈਗਾ, ਉਹਦੇ 'ਚੋਂ ਨਿਕਲਣਾ ਕੁਛ ਨਹੀਂ ਹੈ, ਉਹਦੇ ਨਾਲ ਕਿਸੇ ਦਾ ਫਾਇਦਾ ਨਹੀਂ ਹੋ ਸਕਦਾ। ਮੈਂ ਜਿੰਨਾ ਮਰਜ਼ੀ ਕ੍ਰਿਟਿਸਿਜ਼ਮ ਕਰ ਦੇਵਾਂ। ਸੋ ਇਸ ਕਰਕੇ ਉਹਦੇ ਲਈ ਲੱਗਾ ਹੋਇਆ, ਉਹਦੇ ਲਈ ਸੈਟਿਸਫੈਕਸ਼ਨ ਹੈਗੀ ਆ ਵੀ ਭਾਈ ਜੋ ਕਰ ਸਕਦਾ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਥੈਂਕ ਯੂ ਕਹਿ ਦੂੰਗਾ ਵੀ ਯਾਰ ਇੰਨਾ ਕੁ ਭਰਾ ਮੈਂ ਕਰ ਸਕਦਾ ਸੀਗਾ। ਇਹਦੇ ਵਿੱਚ ਵੀ ਜੇ ਗਲਤੀ ਹੋਈ ਤਾਂ ਮਾਫ਼ ਕਰਿਓ। ਮੇਰੀ ਸੋਚ ਜਿਹੜੀ ਆ, ਐਕਚੁਅਲੀ ਸੋਚ ਹੀ ਹੁੰਦੀ ਹੈ ਨਾ, ਮੇਰੀ ਸੋਚ ਇੱਦਾਂ ਦੀ ਹੈਗੀ ਆ ਵੀ ਯਾਰ ਜਿਹੜੀ ਕੋਈ ਗੱਲ ਨਹੀਂ ਕਰ ਸਕਦੇ ਜਾਂ ਨਹੀਂ ਹੋ ਸਕਦੀ, ਉਹਦੇ ਲਈ ਸਾਫ਼ ਕਹਿ ਦੇਣਾ ਵੀ ਯਾਰ ਇਹ ਨਹੀਂ ਹੋ ਸਕਦੀ ਜਾਂ ਨਹੀਂ ਕਰ ਸਕਦੇ। ਕੋਈ ਹੋਰ ਕਰ ਲਵੇ ਯਾਰ ਕੱਲ੍ਹ ਨੂੰ। ਇਹ ਐਕਚੁਅਲੀ ਇਹ ਤਾਂ ਆਈ ਚਲਾਈ ਦਾ ਮੇਲਾ ਹੈਗਾ, ਇਹ ਤਾਂ ਹੈ ਨਹੀਂ ਗਾ ਕਿ ਪ੍ਰਗਟ ਸਿੰਘ ਦੀ ਕੋਈ ਮੋਹਰ ਲੱਗੀ ਹੈ ਇੱਥੇ। ਇਹ ਤਾਂ ਇੱਥੇ ਮੇਰੇ ਵਰਗੇ ਬਹੁਤ ਆਏ ਆ, ਬਹੁਤਿਆਂ ਨੇ ਆਉਣਾ। ਸੋ ਇਸ ਕਰਕੇ ਆਪਣਾ ਰੋਲ ਪਲੇ ਕਰੀਏ। ਜੀ ਲਾਸਟ ਸਵਾਲ ਹੈ ਜੀ, ਖੇਤੀ ਕਾਨੂੰਨਾਂ 'ਤੇ ਲੱਗਦਾ ਹੈ ਕਿ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੀ ਗੱਲ ਮਨਵਾ ਕੇ ਵਾਪਸ ਪਰਤਣਗੇ, ਜਿੱਤ ਪੱਕੀ ਹੈ? ਦੇਖੋ ਯਾਰ, ਇਹ ਜਿੱਤ ਹਾਰ ਨਹੀਂ ਹੈ। ਜਦੋਂ ਮਾਂ ਬਾਪ ਨਾਲ ਲੜਾਈ ਹੁੰਦੀ ਹੈ ਨਾ, ਉਹਦੇ 'ਚ ਜਿੱਤ ਹਾਰ ਨਹੀਂ ਹੁੰਦੀ। ਉਹਦੇ 'ਚ ਤਾਂ ਇਹ ਹੁੰਦੀ ਆ ਵੀ ਯਾਰ ਅਸੀਂ ਗੱਲ ਜਿਹੜੀ ਕਹਿ ਰਹੇ ਹਾਂ ਉਹ ਠੀਕ ਕਹਿ ਰਹੇ ਹਾਂ, ਸਾਡੀ ਗੱਲ ਸੁਣ ਲਓ। ਗੱਲ ਤਾਂ ਇੰਨੀ ਹੈ ਕਿਸਾਨਾਂ ਦੀ ਗੱਲ। ਪਰ ਜਨਤਾ ਜਨਾਰਦਨ ਹੀ ਨਾ, ਅੱਜ ਜਨਾਰਦਨ ਦੀ ਸੁਣੀ ਨਹੀਂ ਜਾ ਰਹੀ। ਨਹੀਂ, ਉਹ ਤਾਂ ਹੀ ਤਾਂ ਤਕਲੀਫ 'ਚ ਆ, ਤਾਂ ਹੀ ਤਾਂ ਸਰਕਾਰ ਵੀ ਤਕਲੀਫ 'ਚ ਆ। ਤਾਂ ਹੀ ਮੈਂ ਤਾਂ ਇਹ ਕਹਿਣ ਡਿਆ ਵੀ ਮੋਦੀ ਜੀ ਕਿਤੇ 5 ਮਿੰਟ ਸਿੰਘੂ ਬਾਰਡਰ 'ਤੇ ਆ ਕੇ ਇੰਨੀ ਗੱਲ ਕਹਿ ਦੇਣ ਵੀ ਯਾਰ ਮੈਂ ਕਨਫਰੰਟੇਸ਼ਨ ਨਹੀਂ ਚਾਹੁੰਦਾ, ਮੈਂ ਤਾਂ ਤੁਹਾਡੀ ਭਲਾਈ ਲਈ ਬਣਾਏ ਸੀਗੇ, ਲੇਕਿਨ ਜੇ ਤੁਹਾਨੂੰ ਲੱਗਦਾ ਵੀ ਇਹ ਸਾਡੀ ਭਲਾਈ ਲਈ ਨਹੀਂ ਹੈਗੇ ਤਾਂ ਮੈਂ ਰਿਪੀਲ ਕਰਦਾ, ਲਓ ਜੇ ਉੱਥੇ ਹੀ ਜਕਾਰੇ ਨਾ ਵੱਜ ਕੇ ਅਤੇ ਉੱਥੇ ਹੀ ਨਾ ਕਹਿ ਦੇਣ ਵੀ ਹਾਂ ਵੀ ਮੋਦੀ ਵਰਗਾ ਬੰਦਾ ਹੀ ਹੈ ਨਹੀਂ। ਕਿਉਂਕਿ ਪੰਜਾਬੀ ਤਾਂ ਪਿਆਰ ਹੀ ਚਾਹੁੰਦੇ ਆ, ਪੰਜਾਬੀ ਤਾਂ ਇੰਨੀ ਕੁ ਗੱਲ ਚਾਹੁੰਦੇ ਆ। ਇੱਦੋਂ ਗਾਂ ਤਾਂ ਪੰਜਾਬੀ ਕੋਈ ਚਾਹੁੰਦਾ ਹੀ ਨਹੀਂ ਹੈ। ਇਹਨਾਂ ਨੇ ਉੱਥੇ ਹੀ ਕਿਉਂਕਿ ਲੰਗਰ ਲੱਗੇ ਆ, ਸਾਰਾ ਕੁਝ ਹੋਇਆ ਆ। ਅੱਛਾ, ਇਹਨਾਂ ਨੇ ਤਾਂ ਹਰ ਜਗ੍ਹਾ ਵਿਆਹ ਧਰ ਲੈਣਾ ਹੁੰਦਾ। ਬਿਲਕੁਲ। ਸੋ ਇਸ ਕਰਕੇ ਇਹ ਤਾਂ ਸੋਚਣ ਦੀ ਗੱਲ ਹੈਗੀ ਆ। ਅਸੀਂ ਉਸ ਗੱਲ ਨੂੰ ਸੈਸ ਨਹੀਂ ਕਰ ਸਕੇ, ਜਿਹੜੀ ਸਰਕਾਰ ਆ ਨਾ, ਇਸ ਗੱਲ ਨੂੰ ਸੈਸ ਨਹੀਂ ਕਰ ਸਕੇ। ਜੀ ਪ੍ਰਗਟ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਥੈਂਕ ਯੂ। ਜੀ ਹਾਂ ਦਰਸ਼ਕੋ, ਬਿਲਕੁਲ ਪ੍ਰਗਟ ਸਿੰਘ ਦੇ ਵੀ ਜਿਹੜੇ ਵਿਚਾਰ ਨੇ ਉਹ ਇਹੀ ਨੇ ਕਿ
ਪੰਜਾਬੀ ਹਮੇਸ਼ਾ ਪਿਆਰ ਚਾਹੁੰਦੇ ਨੇ। ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇੱਕ ਵਾਰੀ ਦਿੱਲੀ ਦੇ ਬਾਰਡਰ ਤੇ ਆ ਕੇ ਕਹਿ ਦੇਣ ਕਿ ਕਾਨੂੰਨ ਰੱਦ ਕਰ ਦੇਣਗੇ ਤੇ ਪੰਜਾਬੀ ਉਹਨਾਂ ਦੇ ਨਾਲ ਵੀ ਤੁਰ ਪੈਣਗੇ। ਔਰ ਲਗਾਤਾਰ ਜਿੱਥੇ ਦੈਨਿਕ ਸਵੇਰਾ ਟੀਵੀ ਤੇ ਤੁਸੀਂ ਵੱਖ-ਵੱਖ ਬਾਰਡਰਾਂ ਤੋਂ, ਦਿੱਲੀ ਦੇ ਬਾਰਡਰਾਂ ਤੋਂ ਸਾਡੇ ਨਾਲ ਜੁੜੇ ਹੋਏ ਹੋ, ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਦੀ ਕੀ ਸਰਗਰਮੀ ਹੈ, ਪੰਜਾਬ ਦੇ ਵੱਖ-ਵੱਖ ਲੀਡਰਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ। ਤੁਸੀਂ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਦੁਬਾਰਾ ਫਿਰ ਮੁਲਾਕਾਤ ਹੋਵੇਗੀ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਜਲਦੀ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।